ਗੁੱਡ ਇਵਨਿੰਗ ਜੀ ਸਭ ਨੂੰ। ਐਂਡ ਅੱਜ ਤੋਂ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਨਿਊ ਸੀਰੀਜ਼ PYQ। ਠੀਕ ਹੈ, ਇਹਦੇ ਵਿੱਚ ਅਸੀਂ ਕੀ ਕਵਰ ਅਪ ਕਰਾ ਰਹੇ ਹਾਂ ਤੁਹਾਨੂੰ, ਜਿੰਨੇ ਵੀ ਆਪਣੇ ਐਗਜ਼ਾਮ ਹੋਏ ਅੱਜ ਤੱਕ ਦੇ। ਠੀਕ ਹੈ, ਜਿੰਨੇ ਵੀ ਐਗਜ਼ਾਮ ਹੋਏ ਆ ਉਹਦੇ ਵਿੱਚ ਜਿੰਨੇ ਵੀ ਪ੍ਰੀਵੀਅਸ ਈਅਰ ਕੁਐਸਚਨਸ ਨੇ ਉਹ ਤੁਹਾਨੂੰ ਇਸ ਵਿੱਚ ਕਵਰ ਕਰਾਏ ਜਾਣਗੇ। ਐਂਡ ਆਪਾਂ ਇਸ ਵਿੱਚ ਕਰਾਂਗੇ ਜੀ GS ਕਵਰ। ਠੀਕ ਹੈ, ਵੇਟ ਸੌਰੀ ਫॉर द ਇੰਟਰਪਸ਼ਨ, ਲੇਕਿਨ ਬੈਚ ਬਾਰੇ ਦੱਸਣਾ ਵੀ ਤਾਂ ਜ਼ਰੂਰੀ ਹੈ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੈਚ ਦੀ ਡਿਟੇਲਸ ਦੱਸ ਦੇਣਾ ਜੀ ਕੀ ਕੁਛ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ BEE+B ਦੀ ਡੇਟ ਆ ਗਈ ਹੈ ਜੀ 11 ਤੇ 12 ਦਸੰਬਰ ਨੂੰ। ਐਂਡ PSPCL ਮੇਨਸ ਵੀ ਆਪਾਂ ਮੰਨ ਕੇ ਚੱਲਦੇ ਹਾਂ ਉਸ ਤੋਂ ਨੈਕਸਟ ਵੀਕ ਦੇ ਵਿੱਚ ਪੋਸੀਬਲ ਹੈ ਜੀ ਪੂਰਾ। ਠੀਕ ਹੈ, ਐਂਡ ਬੈਚ ਦੇ ਵਿੱਚ ਕੀ ਕੁਛ ਹੋਏਗਾ, GS ਦਾ ਬੈਚ ਹੈ। ਜਿਵੇਂ ਲਾਸਟ ਮੂਮੈਂਟ ਤੇ ਸਟੂਡੈਂਟਸ ਦੀ ਹੈਲਪ ਕੀਤੀ ਸੀ PSPCL ਵੇਲੇ, GS ਐਂਡ ਇੰਗਲਿਸ਼ ਪੜ੍ਹਾਈ ਸੀ ਐਂਡ ਉਹਦੇ 'ਚ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਸੀ। ਐਵੇਂ ਹੀ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ। ਇਹ ਬਹੁਤ ਜ਼ਿਆਦਾ ਲੰਬਾ ਬੈਚ ਹੈ ਤਾਂ ਕਰਕੇ ਫ੍ਰੀ ਦੇਣਾ ਇੰਪੋਸੀਬਲ ਹੋ ਜਾਂਦਾ ਜੀ, ਬਹੁਤ ਸਾਰੇ ਖਰਚੇ ਹੁੰਦੇ ਨੇ। ਮਿਨੀਮਲਿਸਟਿਕ ਕਾਸਟ ਤੇ ਇੰਗਲਿਸ਼ ਵਾਲਾ ਬੈਚ ਵੀ ਬਹੁਤ ਘੱਟ ਕਾਸਟ ਤੇ 520 ਰੁਪਏ ਦੀ ਕਾਸਟ ਤੇ ਲੈ ਕੇ ਆਏ। ਤੁਹਾਨੂੰ ਪਤਾ ਹੈ ਬਹੁਤ ਸਾਰੇ ਸਟੂਡੈਂਟਸ ਇਨਰੋਲ ਕੀਤਾ, ਬਹੁਤ ਵਧੀਆ ਫੀਡਬੈਕ ਹੈ ਜੀ ਕਿ ਲਾਸਟ ਮੂਮੈਂਟ ਤੇ ਆ ਕੇ ਇੱਕ ਵਧੀਆ ਤਰੀਕੇ ਨਾਲ ਪ੍ਰੈਕਟਿਸ ਹੋਏਗੀ ਤੇ ਸਕੋਰਿੰਗ ਬੂਸਟ ਹੋਏਗੀ ਆਪਣੀ। ਠੀਕ ਹੈ, ਸੇਮ ਵੇ ਇੰਗਲਿਸ਼ ਹੈ ਜੀ, 16 ਦਿਨ ਰਹਿ ਗਏ ਨੇ। ਤੁਹਾਨੂੰ ਮੈਂ ਦੱਸ ਦੇਣਾ ਬੈਚ ਦੇ ਵਿੱਚ ਕੀ ਕੁਝ ਮਿਲੇਗਾ। ਬਹੁਤ ਸਾਰੇ ਸਟੂਡੈਂਟਸ PYQ ਬੁੱਕ ਦੇ ਸੋਲੂਸ਼ਨਸ ਕਹਿੰਦੇ ਸੀਗੇ ਤੇ ਇੱਕ GS ਦੇ ਵਿੱਚ ਬਹੁਤ ਵੱਡੀ ਦਿੱਕਤ ਹੈ। ਤਾਂ ਇਹਦੇ ਜਿਹੜੇ GS ਦੇ ਜਿੰਨੇ ਵੀ ਕੁਐਸਚਨਸ ਨੇ, ਠੀਕ ਹੈ, ਲਗਭਗ 1293 ਕੁਐਸਚਨਸ ਨੇ, ਉਹ ਸਾਰੇ ਕਵਰ ਕਰਾਂਗੇ। ਪਲੱਸ ਜਿਹੜੇ 2021 ਦੇ PEE+B ਦੇ ਪੇਪਰ ਹੋਏ ਨੇ ਉਹ ਕਵਰ ਕਰਾਂਗੇ। ਕਿਉਂਕਿ ਅਗਰ ਤੁਹਾਨੂੰ ਤੁਸੀਂ GS ਦੀ ਤਿਆਰੀ ਕੀਤੀ ਹੈ, ਤੁਸੀਂ CGL ਦੀ ਤਿਆਰੀ ਕੀਤੀ ਹੈ ਜਾਂ ਤੁਸੀਂ NAB ਦੀ ਤਿਆਰੀ ਕੀਤੀ ਹੈ, ਅਗਰ ਤੁਹਾਨੂੰ PEE+B ਦਾ ਪੈਟਰਨ ਨਹੀਂ ਪਤਾ ਤਾਂ ਸਕੋਰ ਕਿਤੇ ਨਾ ਕਿਤੇ ਘਟਣਗੇ। 1-2 ਨੰਬਰ ਵੀ ਫਰਕ ਪੈ ਗਏ ਬੈਚ ਦੇ ਨਾਲ, 2-3 ਨੰਬਰ ਦਾ ਵੀ ਫਰਕ ਪੈ ਗਿਆ ਤਾਂ ਤੁਸੀਂ ਇਹ ਸਮਝ ਤੁਹਾਡੀ ਜਿੱਤ ਹੈ। ਕਿਉਂਕਿ 2 ਜਾਂ 3 ਨੰਬਰਾਂ ਨਾਲ ਹੀ 200-300 ਸਟੂਡੈਂਟਸ ਦਾ ਗੈਪ ਪੈ ਜਾਂਦਾ ਘੱਟੋ ਘੱਟ। ਤੁਸੀਂ ਦੇਖ ਲਿਓ ਪਟਵਾਰੀ ਦੇ ਵਿੱਚ ਕੀ ਹਾਲ ਸੀ। ਠੀਕ ਹੈ, ਐਂਡ ਬੁੱਕ ਦੇ ਵਿੱਚੋਂ ਸਿੱਧਾ ਪ੍ਰੀ ਦੇ ਵਿੱਚੋਂ 16 ਕੁਐਸਚਨ ਆਏ ਸੀਗੇ। ਤਾਂ ਇਸ ਕਰਕੇ ਸਭ ਦੇ ਲਈ ਜ਼ਰੂਰੀ ਹੈ ਐਂਡ ਬਹੁਤ ਰੀਜ਼ਨੇਬਲ ਫੀਸ ਤੇ ਹੈ। ਨਟਸ਼ੈਲ ਦੇ ਵਿੱਚ ਤੁਹਾਨੂੰ ਦੱਸ ਦੇਣਾ ਵੀ ਕੀ ਕੁਝ ਹੋਏਗਾ। 26 ਨਵੰਬਰ ਨੂੰ ਸਟਾਰਟ ਹੋ ਰਿਹਾ ਹੈ। ਡਿਟੇਲਡ ਐਕਸਪਲੇਨੇਸ਼ਨ ਹੈ, ਐਵੇਂ ਨਹੀਂ ਅਸੀਂ ਇਧਰ ਕੁਐਸਚਨ ਆਨਸਰ ਡਿਸਕਸ ਕਰਾਂਗੇ ਨਾ। ਠੀਕ ਹੈ, 1500 ਪਲੱਸ ਕੁਐਸਚਨ ਕਵਰੇਜ ਹੋਏਗੀ। ਠੀਕ ਹੈ, ਇਸ ਵਾਰ ਦੇ ਵੀ ਹੈਗੇ ਨੇ ਜੀ, ਇਸ ਸਾਲ ਦੇ 10-12 ਕੁਐਸਚਨ ਪੇਪਰ ਨੇ, ਉਹਦੇ ਵਿੱਚੋਂ ਵੀ 20 ਕੁਐਸਚਨ ਕਰਕੇ 200-300 ਕੁਐਸਚਨ ਉਹ ਬਣ ਜਾਏਗਾ। ਠੀਕ ਹੈ, PYQ ਬੁੱਕ ਦੇ ਸੋਲੂਸ਼ਨ ਤੁਹਾਨੂੰ ਦੱਸਤਾ। ਟਾਰਗੇਟ ਕੀ ਹੈ, PEE+B ਕਲਰਕ ਐਂਡ PSPCL ਮੇਨਸ ਰਿਕਾਰਡਡ ਕਲਾਸਿਸ ਮਿਲਣਗੀਆਂ ਜੀ। ਤੁਸੀਂ ਦੇਖੋ 16 ਦਿਨ ਰਹਿ ਗਏ। ਠੀਕ ਹੈ, ਤਾਂ ਅਸੀਂ ਤੁਹਾਨੂੰ ਕਿਹਾ ਵੀ 1500 ਕੁਐਸਚਨ ਅਪਰੋਕਸੀਮੇਟਲੀ ਕਵਰ ਕਰਵਾਵਾਂਗੇ। ਤਾਂ ਇੱਕ ਦਿਨ ਦੇ ਵਿੱਚ ਮੰਨ ਕੇ ਚਲੋ ਵੀ 150 ਪਲੱਸ ਕੁਐਸਚਨ ਕਰਵਾਵਾਂਗੇ। ਠੀਕ ਹੈ ਜੀ, ਤਾਂ ਇੱਕ ਦਿਨ ਦੇ ਵਿੱਚ ਤੁਹਾਨੂੰ 150 ਕੁਐਸਚਨ ਕਰਵਾਵਾਂਗੇ ਤਾਂ 3 ਵੀਡੀਓਜ਼ ਤੁਹਾਨੂੰ ਘੱਟੋ ਘੱਟ ਇੱਕ ਦਿਨ ਦੇ ਵਿੱਚ ਦੇਵਾਂਗੇ। ਠੀਕ ਹੈ, ਉਹਦੇ ਵਿੱਚ ਕੀ ਹੋਏਗਾ ਤੁਹਾਡਾ, ਤੁਸੀਂ ਮੰਨ ਕੇ ਚੱਲੋ ਵੀ ਇੱਕ ਘੰਟੇ ਦੇ ਵਿੱਚ ਅਸੀਂ ਇੱਕ ਵੀਡੀਓ ਦੇ ਵਿੱਚ 40 ਤੋਂ 50 ਕੁਐਸਚਨ ਜਾਂ 50 ਤੋਂ 60 ਕੁਐਸਚਨ ਕਵਰ ਕਰਾਂਗੇ। ਤਾਂ ਇਸ ਤਰੀਕੇ ਨਾਲ ਮੈਕਸਿਮਮ ਕੋਸ਼ਿਸ਼ ਕਰਾਂਗੇ ਜਿੰਨਾ ਤੋਂ ਜਿੰਨਾ ਜ਼ਿਆਦਾ ਕਵਰ ਹੋ ਸਕਦਾ। ਠੀਕ ਹੈ ਜੀ, ਉਸ ਤੋਂ ਬਾਅਦ ਵਿੱਚ ਸ਼ਕਤੀ ਬੈਚ ਲਈ ਫ੍ਰੀ ਹੈ, ਅੰਬ੍ਰੇਲਾ ਬੈਚ ਲਈ ਫ੍ਰੀ ਹੈ, ਸਪੈਸ਼ਲੀ ਫॉर ਦੋ ਜਿਨ੍ਹਾਂ ਨੇ ਸਿਲੇਬਸ ਪੂਰਾ ਕਰ ਲਿਆ। ਠੀਕ ਹੈ, ਐਂਡ ਉਹਨਾਂ ਲਈ ਤਾਂ ਉਹਨਾਂ ਸਟੂਡੈਂਟਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਨੇ ਕਿਤੇ 5-6 ਮਹੀਨੇ ਪਹਿਲਾਂ, ਸਾਲ ਪਹਿਲਾਂ ਤਿਆਰੀ ਕੀਤੀ ਸੀ ਤੇ ਪੇਪਰ ਭਰਤਾ। ਐਟਲੀਸਟ ਉਹ ਇੱਕ ਵਾਰ ਦੇਖ ਲੈਣਗੇ ਵੀ ਕਿਸ ਤਰੀਕੇ ਦੇ ਕੁਐਸਚਨ ਆਉਂਦੇ ਨੇ। ਠੀਕ ਹੈ ਜੀ, ਚਲੋ ਫੀਸ ਆ ਜਾਣਾ ਜੀ ਵੈਰੀ ਰੀਜ਼ਨੇਬਲ। ਵੈਸੇ 1000 ਰੁਪੀਜ਼ ਦਾ ਬੈਚ ਹੈ ਜੀ, ਜਸਟ 320 ਰੁਪੀਜ਼। ਠੀਕ ਹੈ, ਅਸੀਂ ਚਾਹੁੰਦੇ ਹਾਂ ਵੀ ਤੁਸੀਂ ਬਹੁਤ ਰੀਜ਼ਨੇਬਲ ਕਾਸਟ ਤੇ ਇੱਕ ਵਾਰ ਲਾਸਟ ਤੱਕ ਤਿਆਰੀ ਕਰੋ। ਠੀਕ ਹੈ, ਫ੍ਰੀ ਦੇਖੋ ਪੋਸੀਬਲ ਨਹੀਂ ਹੈ, ਐਵਰੀਥਿੰਗ ਕਾਂਟ ਬੀ ਫ੍ਰੀ। ਠੀਕ ਹੈ, ਖਰਚਾ ਜੀ, ਲਾਈਟ ਚੱਲ ਰਹੀ, ਟਿਊਬਾਂ ਚੱਲ ਰਹੀਆਂ, ਸਟੂਡੀਓ ਚੱਲ ਰਿਹਾ, ਟੀਚਰ ਦੇ ਖਰਚੇ ਨੇ, ਹੋਰ ਬਹੁਤ ਸਾਰੇ ਖਰਚੇ ਨੇ, ਮੇਨਟੇਨੈਂਸ ਦੇ ਖਰਚੇ ਬਹੁਤ ਨੇ। ਠੀਕ ਹੈ, ਤਾਂ ਬਹੁਤ ਰੀਜ਼ਨੇਬਲ ਫੀਸ ਹੈ। 26 ਨਵੰਬਰ ਨੂੰ ਜਿਹੜਾ ਇਨਰੋਲ ਕਰੇਗਾ 320 ਰੁਪਏ, ਜਿਹੜਾ 27 ਨੂੰ ਕਰੇਗਾ 420 ਰੁਪਏ, ਜਿਹੜਾ 28 ਨੂੰ ਕਰੇਗਾ ਸੰਡੇ ਨੂੰ 520 ਰੁਪਏ। ਉਸ ਤੋਂ ਬਾਅਦ 29 ਨੂੰ ਆਪਾਂ ਇਹ ਕਿੰਨੀ ਫੀਸ ਕਰ ਦਾਂਗੇ 1000 ਰੁਪਏ। ਠੀਕ ਹੈ ਜੀ, ਕੋਈ ਚੇਂਜਸ ਨਹੀਂ ਹੋਣਗੀਆਂ, ਸਿਰਫ ਇੱਕੋ ਹੀ ਮੋਡ ਹੈ ਜੀ ਇਨਰੋਲ ਕਰਨ ਦਾ, ਇਲੈਕਟ੍ਰਿਕ ਇੰਗਲਿਸ਼ ਐਪ ਨੂੰ ਡਾਊਨਲੋਡ ਕਰ ਲਓ, ਉੱਥੇ ਜਾ ਕੇ ਬੈਚ ਨੂੰ ਇਨਰੋਲ ਕਰ ਲਓ, ਫਿਰ ਆਪਣਾ ਸਕਰੀਨਸ਼ਾਟ ਤੇ ਨੰਬਰ WhatsApp ਤੇ ਭੇਜ ਦਿਓ, ਤੁਹਾਡਾ ਬੈਚ ਇਨਰੋਲ ਹੋ ਜਾਏਗਾ, ਤੁਹਾਨੂੰ ਵੀਡੀਓਜ਼ ਦਿਖਣੀਆਂ ਸਟਾਰਟ ਹੋ ਜਾਣਗੀਆਂ। ਠੀਕ ਹੈ, 2-3 ਵੀਡੀਓਜ਼ ਮੈਨੂੰ ਲੱਗਦਾ ਪੈ ਵੀ ਚੁੱਕੀਆਂ ਨੇ। ਠੀਕ ਹੈ ਜੀ, ਕੋਈ ਹੋਰ ਦਿੱਕਤ ਹੈ, ਕੋਈ ਡਾਊਟ ਹੈ, ਪੁੱਛ ਸਕਦੇ ਹੋ। ਅਦਰਵਾਈਜ਼ ਲੈਟਸ ਸਟਾਰਟ ਦ ਕਲਾਸ। GS ਦੇ ਜਿੰਨੇ ਵੀ PYQ ਨੇ ਆਲਮੋਸਟ ਸਾਰੇ ਇੱਥੇ ਕਵਰ ਕਰਾਂਗੇ। ਠੀਕ ਹੈ, ਔਰ ਜਿਹੜੇ ਹੋਰ ਰੀਸੈਂਟਲੀ ਐਗਜ਼ਾਮ ਹੁੰਦੇ ਨੇ ਉਹ ਵੀ ਆਪਾਂ ਇੱਥੇ ਨਾਲ ਕਰ ਲਾਂਗੇ। ਠੀਕ ਹੈ, ਇਹਦਾ ਫਾਇਦਾ ਤੁਹਾਨੂੰ ਇਹ ਹੋ ਜਾਏਗਾ ਕਿ ਪੇਪਰ ਦਾ ਇੱਕ ਤਾਂ ਕੁਐਸਚਨ ਦਾ ਅਟੈਂਪਟ ਕਰਨ ਦਾ ਵੇ ਪਤਾ ਲੱਗ ਜਾਏਗਾ। ਸੈਕਿੰਡ ਚੀਜ਼ ਇਹ ਹੈਗੀ ਹੈ ਕਿ ਤੁਹਾਨੂੰ ਇਹ ਵੀ ਪਤਾ ਲੱਗੇਗਾ ਵੀ ਜਦੋਂ ਤੁਸੀਂ ਪੇਪਰ ਦੇਣ ਜਾਓਗੇ ਕਿ ਕੁਝ ਕੁਐਸਚਨ ਇਹਦੇ ਵਿੱਚੋਂ ਹੀ ਆਣਗੇ ਸਿੱਧੇ। ਠੀਕ ਹੈ, ਕਿਸੇ ਤਰ੍ਹਾਂ ਵੀ ਮਤਲਬ ਮੋਡੀਫਾਈ ਕਰਕੇ ਨਹੀਂ, ਸੇਮ ਟੂ ਸੇਮ ਕੁਐਸਚਨਸ ਇਹਦੇ ਵਿੱਚ ਪਾਏ ਹੋਣਗੇ। ਠੀਕ ਹੈ, ਤੇ ਇਹ ਸੀਰੀਜ਼ ਨੂੰ ਸਾਰੇ ਜਣੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਠੀਕ ਹੈ, ਐਂਡ ਸਟਾਰਟ ਕਰਦੇ ਹਾਂ ਜੀ ਆਪਾਂ। ਸਭ ਤੋਂ ਪਹਿਲਾ ਕੁਐਸਚਨ ਚ ਕਹਿ ਰਿਹਾ ਵੀ ਤੁਲਸੀਦਾਸ ਜਿਹੜੇ ਔਥਰ ਨੇ ਉਹਨਾਂ ਨੇ ਲਿਖੀ ਸੀ ਰਾਮਚਰਿਤਮਾਨਸ। ਠੀਕ ਹੈ, ਇਹ ਕਿੰਦੇ ਕੰਟੈਂਪਰਰੀ ਰਹੇ ਨੇ, ਯਾਨੀ ਕਿੰਦੇ ਸਮਕਾਲੀਨ ਰਹੇ ਨੇ, ਤਾਂ ਇਹਦਾ ਆਨਸਰ ਆਏਗਾ ਜੀ ਅਕਬਰ ਦੇ ਸਮਕਾਲੀਨ ਰਹੇ ਨੇ। ਠੀਕ ਹੈ, ਅਕਬਰ ਦੇ ਸਮਕਾਲੀਨ ਰਹੇ ਨੇ ਤੁਲਸੀਦਾਸ, ਕਿਉਂਕਿ ਜਿਹੜਾ ਤੁਲਸੀਦਾਸ ਸੀਗਾ ਉਹ ਅਕਬਰ ਦੇ ਟਾਈਮ ਦੇ ਉੱਪਰ ਹੀ ਹੈਗਾ ਸੀਗਾ। ਠੀਕ ਹੈ, ਐਂਡ ਸੈਕਿੰਡ ਕੁਐਸਚਨ ਹੈ ਜੀ ਇਬਰਾਹਿਮ ਲੋਧੀ। ਠੀਕ ਹੈ, ਇਬਰਾਹਿਮ ਲੋਧੀ ਫੇਮਸ ਕਿਉਂ ਹੈਗਾ, ਬਸ ਇਹਨੂੰ ਮੇਨ ਤੁਸੀਂ ਇਹ ਪੜ੍ਹਨਾ ਹੈ ਕਿ ਲਾਸਟ ਸੁਲਤਾਨ ਆਫ
दिल्ली सल्तनत, ठीक है। सुल्तान कह रहा मैं, लास्ट सुल्तान ऑफ दिल्ली सल्तनत। इब्राहिम लोधी की हैगा सीगा लास्ट सुल्तान सीगा दिल्ली सल्तनत ਦਾ। अगर ਤੁਹਾਨੂੰ फर्स्ट सुल्तान पूछा जा रहा है जी, फर्स्ट सुल्तान कौन सीगा, वैसे तो एग्जामिनर दे ज्यादातर पाਉਂਦੇ ਨੇ क्वेश्चन ਦੇ अकॉर्डिंग ही आंसर होएगा, ठीक है। अगर ਤੁਹਾਨੂੰ पूछा जा रहा है फर्स्ट सुल्तान, ठीक है, लेकिन ਉਹ ਹੁੰਦਾ ਕਿਊਡਾ ਕਹਿੰਦੇ ਨੇ, ਕਿਊਡਾ मतलब कुतुबुद्दीन ऐबक। लेकिन वैसे ये सुल्तान नहीं मैं ਆਪਾਂ ਕਹਿ ਸਕਦੇ, ਕਿਉਂ ਕਦੇ ਇਹਨੇ ਸੁਲਤਾਨ ਦੀ ਉਪਾਧੀ ਨਹੀਂ ਲਈ ਸੀ। ਸੁਲਤਾਨ ਦੀ ਉਪਾਧੀ ਜਿਹਨੇ ਲਈ ਸੀ ਇਸ ਕਰਕੇ ਇਹਨੂੰ ਇਹ ਨਹੀਂ ਲਵਾਂਗੇ ਆਪਾਂ, ਠੀਕ ਹੈ। ਜੇ ਆਪਾਂ ਨੈਟ ਵਗੈਰਾ ਤੇ ਕਿਤੇ ਵੀ ਸਰਚ ਕਰਦੇ ਹਾਂ ਤਾਂ ਫਰਸਟ ਸੁਲਤਾਨ ਸਾਨੂੰ ਕਿਊਡਾ ਦਿੱਤਾ ਜਾਂਦਾ ਹੈ, ਲੇਕਿਨ ਇਹ ਸਲੇਵ ਹੈਗਾ ਸੀਗਾ ਜਿਹੜਾ ਇਹਦਾ ਮੁਹੰਮਦ ਗੋਰੀ ਸੀ, ਠੀਕ ਹੈ। ਮੁਹੰਮਦ ਗੋਰੀ ਜਿਹੜਾ ਹੈਗਾ ਸੀਗਾ ਉਹਦੇ ਜਾਣ ਤੋਂ ਬਾਅਦ ਇਹਨੇ ਆਪਣੀ ਨਵੀਂ ਸਲੇਵ ਡਾਇਨੈਸਟੀ ਦੀ ਸ਼ੁਰੂਆਤ ਕੀਤੀ ਸੀ, ਲੇਕਿਨ ਇਹਨੇ ਕਦੇ ਇਹ ਨਹੀਂ ਕਿਹਾ ਸੀਗਾ ਕਿ ਮੈਂ ਰਾਜਾ। ਰਾਜਾ ਕਿਹਨੇ ਕਿਹਾ ਸੀਗਾ, ਰਾਜਾ ਕਿਹਾ ਸੀਗਾ ਆਪਣਾ ਫਰਸਟ ਜਿਹੜਾ ਸੁਲਤਾਨ ਕਹਿ ਸਕਦੇ ਆ ਉਹ ਰਹੇਗਾ ਇਲਤੁਤमिश, ठीक है। फर्स्ट सुल्तान ऑफ दिल्ली सल्तनत दा रहेगा इल्तुतमिश, ठीक है, इल्तुतमिश, ओके। और उस तो बाद शेरशाह सूरी सब नूं पता है एक कौन है फाउंडर ऑफ सूरी डायनेस्टी, ठीक है, फाउंडर ऑफ सूरी डायनेस्टी, ठीक है जी। उस तो बाद आ रहा जी कुतुबुद्दीन ऐबक की गल करते हैं हुण। कुतुबुद्दीन ऐबक सब तो पहला ये की हैगा सीगा सलेव सीगा, ठीक है। की हैगा सलेव हैगा सीगा, किहदा सलेव सीगा, मुहम्मद गोरी दा। बैटल ऑफ चंदावर हुंदी है जदों, बैटल ऑफ चंदावर दे विच जदों बैटल लड़दे ने तो उदों वधिया परफॉर्मेंस करदा है। इन्नी वधिया परफॉर्मेंस नूं देख के इहनूं कमांडर बना दिता जांदा है, यानी सेनापति बना दिता जांदा है, ठीक है। जदों इहनूं सेनापति बनाया जांदा है तो मुहम्मद गोरी की हुंदा चला जांदा है इंडिया तो छड्ड के उहनूं फड़ा के भी तू संभाल अज तो इंडिया नूं तो मैं जा रहा, वो चला जाता है, ठीक है। उदों रस्ते च उनकी लड़ाई हो जाती है जिहदे करके डैथ हो जाती है तो कुतुबुद्दीन ऐबक की करता है अपनी नवी डायनेस्टी की शुरुआत करता है। मेनली ये क्वेश्चन से पूछा जाता है कि कुतुबुद्दीन ऐबक की कैपिटल किहड़ी सीगी, तां लाहौर सी, ठीक है। इहनूं लाख बख्श भी कहा जाता सीगा, टाइटल मिलिया होया सीगा लाख बख्श दा, क्योंकि अपने धर्म के प्रचार के वास्ते इन्हें लाखों रुपए मतलब दान च दिते सी, ठीक है। और इन्हें की किया सीगा अजमेर च 2.5 दिन का झोपड़ा बनवाया सीगा, एक मॉस्क बनाई सी कुवैत उल इस्लाम मॉस्क भी कुतुबुद्दीन ऐबक ने बनवाई। एंड मेन चीज की हैगा सीगा इन्हें एक चीज बनवाई सी जिहदा नाम सीगा कुतुब मीनार, कुतुब मीनार, ठीक है, कुतुब मीनार। लेकिन क्वेश्चन ये नहीं आऊगा भी कुतुब मीनार किन्ने बनवाया सीगा, क्वेश्चन ये आ जाएगा भी जेड़ा कुतुबुद्दीन ऐबक ने कुतुब मीनार बनवाया सीगा वो किहदे नाम ते बनवाया सीगा, ठीक है। वो किहदे नाम ते बनवाया सीगा तो सेम रहेगा जी। कुतुबुद्दीन ने जेड़ा जेड़ा कुतुब मीनार बनवाया सीगा वो अपने उनके गुरु सीगे काकी, ठीक है, काकी गुरु की याद दे विच बनाया सीगा। कुतुबुद्दीन दे उन्हां दा नाम सीगा कुतुबुद्दीन कुतुबुद्दीन बख्तियार काकी, ठीक है। कुतुबुद्दीन बख्तियार काकी की याद दे विच इन्हां ने की कीता सीगा कुतुब मीनार बनवाया सीगा, ठीक है। इन्नी चीज सबनों क्लियर है। चलो नेक्स्ट क्वेश्चन कह रहा है जी व्हाट इज द टर्म ऑफ द नबार्ड। सब तो पहला नबार्ड बारे पता होना चाहिए भी हैगा की है। नबार्ड की है एक एग्रीकल्चर एंड रूरल बैंक है, ठीक है, जेड़ा एग्रीकल्चर और रूरल जेडे एरियाज हुंदे ने उन्हां नूं डेवलप करने वास्ते की करदा है, फंडिंग करदा है, ठीक है। हुण इन्हां ने अपने कोलों टर्म पूछी है जी नबार्ड दा कि इहदी फुल फॉर्म पूछी है तो इहदी फुल फॉर्म होएगी नेशनल बैंक फॉर एग्रीकल्चर एंड रूरल डेवलपमेंट। इन्नी इंफॉर्मेशन काफी नहीं है, ठीक है। सब तो पहला असीं हुण नबार्ड बारे पढ़ांगे, इहदा हैडक्वार्टर की है, कदों बनाया गया, केड़ी कमेटी ने सिफारिश की, ठीक है। सब तो पहला ये बनाया गया सीगा 12 जुलाई 1982, ठीक है। मेन चीज लिखाऊंगा वही चीज याद रख लिया जी। नबार्ड नूं 12 जुलाई 1982 नूं बनाया गया सीगा। एंड हुण केड़ी कमेटी सीगी जिन्ने एदी सिफारिश कीती सी, तां सिफारिश किन्ने कीती सी, सिफारिश कीती सी जी बी शिवारमन कमेटी ने, ठीक है, बी शिवारमन कमेटी। एंड अगर तुहानूं हैडक्वार्टर पूछा जा रहा है भी नबार्ड दा हैडक्वार्टर दसो तां नबार्ड दा हैडक्वार्टर रहेगा मुंबई दे विच।
ਐਂਡ ਇਸ ਟਾਈਮ ਦੇ ਇਹਦੇ ਚੇਅਰਮੈਨ ਕੌਣ ਹੈਗੇ ਨੇ? ਗੋਪੀਰਾ ਰਾਜੂਲਾ ਚਿੰਤਾਲਾ। ਤੁਸੀਂ ਯਾਦ ਰੱਖ ਸਕਦੇ ਹੋ GR ਚਿੰਤਾਲਾ, ਠੀਕ ਹੈ, GR ਚਿੰਤਾਲਾ। ਇੰਨੀ ਇੰਫੋਰਮੇਸ਼ਨ ਕਾਫੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਨਾ ਹਮੇਸ਼ਾ ਜੋ ਵੀ ਆਪਣੇ ਕੋਲੋਂ ਇੰਪੋਰਟੈਂਟਸ ਜਿਹੜੀਆਂ ਚੀਜ਼ਾਂ ਨੇ, ਠੀਕ ਹੈ, ਜਿਵੇਂ ਆਪਾਂ ਮੰਨ ਲਓ ਵਰਲਡ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ, WHO ਦੀ ਗੱਲ ਕਰਦੇ ਹਾਂ, ਉਹਦੀ ਜਿਹੜੀ ਐਬਰੀਵੇਸ਼ਨਸ ਹੁੰਦੀ ਹੈ ਨਾ ਐਗਜ਼ਾਮ ਦੇ ਵਿੱਚ ਉਹ ਵੀ ਪੁੱਛੀ ਜਾਂਦੀ ਹੈ, ਠੀਕ ਹੈ। ਤਾਂ ਇਸ ਕਰਕੇ ਜਿਹੜੀ ਚੀਜ਼ ਦੀ ਇੰਪੋਰਟੈਂਟ ਐਬਰੀਵੇਸ਼ਨਸ ਹੋਣ ਨਾ ਉਹਨਾਂ ਨੂੰ ਯਾਦ ਕਰਿਆ ਕਰੋ। ਲਿਖਿਆ ਨਾ ਨੈਸ਼ਨਲ ਬੈਂਕ ਫॉर एग्रीकल्चर एंड रूरल डेवलपमेंट, ਇਹ ਟਰਮਸ ਹੈ ਨਾਬਾਰਡ ਨੂੰ, ਠੀਕ ਹੈ। ਹੁਣ 12 ਜੁਲਾਈ 1982 ਬੀ ਸੀਵਾਰਮਨ ਕਮੇਟੀ, ਹੈਡਕੁਆਟਰ ਮੁੰਬਈ, GR ਚਿੰਤਾਲਾ। ਚਲੋ ਨੈਕਸਟ ਕੁਐਸਚਨ ਕਹਿ ਰਿਹਾ ਜੀ ਇੰਡੀਆ ਤੋਂ ਇਲਾਵਾ ਕਿਹੜੇ ਦੇਸ਼ ਇੰਡੀਪੈਂਡੈਂਸ ਡੇ ਮਨਾਉਂਦੇ ਆ ਜੀ 15 ਅਗਸਤ ਨੂੰ? ਦੱਸੋ। ਇਸ ਦੇ ਲਈ ਤੁਹਾਡੇ ਕੋਲ ਵੀ ਟਾਈਮ ਹੋਇਆ ਕਰੇਗਾ, ਠੀਕ ਹੈ, 10 ਸੈਕਿੰਡਸ ਹੋਣੇ ਕਰਨਗੇ, ਇਸ ਦਾ ਜਵਾਬ ਤੁਸੀਂ ਦੋਗੇ। ਹਾਂਜੀ, ਉਹਨਾਂ ਨੇ ਪੁੱਛਿਆ ਵੀ ਜਿਹੜਾ ਆਪਣੇ ਇੰਡੀਆ ਤੋਂ ਇਲਾਵਾ ਕਿਹੜੇ ਹੋਰ ਦੇਸ਼ ਜਾਂ ਹੋਰ ਕੰਟਰੀਜ਼ ਨੇ ਸੈਲੀਬ੍ਰੇਟ ਕਰਦੇ ਆ ਜੀ 15 ਅਗਸਤ ਨੂੰ ਇੰਡੀਪੈਂਡੈਂਸ ਡੇ। ਸਭ ਤੋਂ ਪਹਿਲਾਂ ਮੈਂ ਇੱਥੇ ਲਿਖ ਦਿੰਦਾ ਵੀ ਕਿਹੜੇ ਕਿਹੜੇ ਦੇਸ਼ ਹੈਗੇ ਨੇ। ਇੱਕ ਤਾਂ ਹੈਗਾ ਬਹਿਰੀਨ, ਗਲਫ ਕੰਟਰੀ ਹੈ, ਠੀਕ ਹੈ, ਨਾਰਥ ਕੋਰੀਆ ਐਂਡ ਸਾਊਥ ਕੋਰੀਆ। 5 ਕੰਟਰੀਆਂ ਹੁੰਦੀਆਂ ਨੇ, ਇਹ ਅਲੱਗ-ਅਲੱਗ ਨੇ ਪਰ ਮੈਂ ਇਕੱਠੀਆਂ ਲਿਖ ਰਿਹਾ, ਠੀਕ ਹੈ, ਨਾਰਥ ਕੋਰੀਆ ਐਂਡ ਸਾਊਥ ਕੋਰੀਆ। ਹੁਣ ਦੇਖੋ ਤੁਹਾਨੂੰ ਇਹ ਪਤਾ ਨਾਰਥ ਕੋਰੀਆ ਹੈਗਾ, ਮਤਲਬ ਇਹ ਤਾਂ ਹੈ, ਠੀਕ ਹੈ, ਹੈਗਾ ਜੀ, ਠੀਕ ਹੈ। ਉਸ ਤੋਂ ਬਾਅਦ ਕਿਹੜਾ ਹੋ ਸਕਦਾ ਦੱਸੋ? ਇੱਕ ਹੁੰਦਾ ਆਪਣੇ ਕੋਲ ਲਿਚਨਸਤਾਨ, ਇੱਕ ਹੈ ਜੀ ਆਪਣੇ ਕੋਲ ਰਿਪਬਲਿਕ ਆਫ ਕੰਗੋ, ਹਾਂਜੀ ਦੱਸੋ। ਇਹ ਆਪਣੇ ਕੋਲ 5 ਕੰਟਰੀਆਂ ਆ ਗਈਆਂ ਨੇ, ਚ ਕਿਹੜੀ ਕੰਟਰੀ ਮਿਲ ਗਈ ਆਪਾਂ ਨੂੰ? ਸਾਊਥ ਕੋਰੀਆ। ਨਾ ਤਾਂ ਅਰਜਨਟੀਨਾ ਆਏਗਾ ਨਾ ਕੋਂਗੋ ਆਏਗਾ, ਲੇਕਿਨ ਤੁਸੀਂ ਕਹੋਗੇ ਕੋਂਗੋ, ਇਹ ਦੋनों कंट्रीज अलग ने, कोंगो अलग है, रिपब्लिक ऑफ कोंगो अलग है, देन कीनिया अलग, ठीक है, ऑलमोस्ट। यानी ऑप्शन नंबर 3 आपने को ऑप्शन नंबर 1 बिल्कुल सही आंसर है। उस तो बाद आ गया जी जफरनामा। इस क्वेश्चन का आंसर था हर एक बंदे नूं पता है भी जफरनामा किने लिखिया सीगा। जफरनामा जिहड़ा लिखिया सीगा ਉਹ श्री गुरु गोबिंद सिंह जी ने लिखिया सीगा। किनू लिखिया सीगा? ਤਾਂ औरंगजेब ਨੂੰ ਲਿਖਿਆ ਸੀਗਾ। ਮੁਗਲ ਐਮਪਾਇਰ ਸੀਗਾ और गुरु गोबिंद सिंह जी ने लिखिया सीगा आफ्टर द बैटल ऑफ, ਜਦੋਂ ਆਪਾਂ ਨੇ बैटल ऑफ चमकौर तो बाद, ठीक है, बैटल ऑफ चमकौर तो बाद गुरु गोबिंद सिंह जी ने जफरनामा लिखिया सी। अध्यात्मिक ਇਹਨਾਂ ਨੂੰ ਪੱਤਰ ਮੰਨਿਆ ਜਾਂਦਾ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖ ਕੇ ਭੇਜਿਆ ਸੀਗਾ, ਠੀਕ ਹੈ, ਇਹ ਅਧਿਆਤਮਿਕ ਹੀ ਸੀਗਾ। ਤੇ ਕਿੰਨੂੰ ਭੇਜਿਆ ਸੀਗਾ ਇਹ ਚੀਜ਼ ਆ ਵੀ ਸਕਦੀ ਹੈ ਆਪਾਂ ਨੂੰ ਪੇਪਰ ਦੇ ਵਿੱਚ, ਤਾਂ ਆਪਣਾ ਆਨਸਰ ਬਿਲਕੁਲ ਰਹੇਗਾ ਜੀ ਕਿੰਨੇ ਭੇਜੇ ਸੀ ਜਾਂ ਕਿੰਨੂੰ ਭੇਜਿਆ ਸੀਗਾ, ਤਾਂ ਸਿਮਿਲਰ ਚੀਜ਼ ਰਹੇਗੀ, ਠੀਕ ਹੈ। ਚਲੋ ਨੈਕਸਟ क्वेश्चन है जी, वेरी इंपॉर्टेंट क्वेश्चन है क्योंकि पेपर ਦੇ ਵਿੱਚ ਜ਼ਿਆਦਾਤਰ डांस और फेस्टिवल वाल फोकस ज्यादा हो चुका है, तो स्टैटिक पोर्शन का हर एक पोर्शन कवर करके जाओ। देखो उन्होंने पूछा कि मोहिनी अटम केड़ी स्टेट दा है। हाँ जी, मोहिनी अटम केड़ी स्टेट दा है? मोहिनी अटम रहता है जी अपना केरला दा, ठीक है। हुण गल करिए तमिलनाडु दा फेमस डांस केड़ा है? तां भारतनाट्यम, ठीक है, भारतनाट्यम। उस तो बाद कर्नाटक की गल की जाए तो दसो कर्नाटक का हुंदा जी कुनीथा एंड आंध्र प्रदेश का हुंदा कुचिपुड़ी। हुण देखो एक क्वेश्चन च चार दो चारों कवर हो गए। केरला दे नाल असीं मोहिनी अट्टम आ गया, ठीक है, और आंध्र प्रदेश नाल कुचिपुड़ी आ गया, भारतनाट्यम तमिलनाडु दे नाल आ गया, कर्नाटक दे नाल कुनीथा आ गया। किन्ना कर आ गया? हो गया ना ऑप्शन दे विच किन्ने असीं क्वेश्चंस कर रहे हैं। तां यही तरीका हुंदा अपने पीवाई करन दा, ठीक है। वो पूछ रहा भी जिहड़ा रेलवे ट्रैक हैगे ने उन्हां दे विच गैप क्यों छड्डिया जांदा लेफ्ट साइड ते? दसो। देखो मैं दसदा भी तुसीं जदों आपां रेलवे देखी हुई है आ रही, अब पटरी आ गई ते उस तो बाद इहदे नाल एक पटरी होर हुंदी है इस तरह, ठीक है। और इत्थे की हुंदा है इन्ना स्पेस दिता जांदा है लगान नूं, तां इत्थे जोड़ भी लगा सकते लेकिन नहीं लगाते। आप ये नहीं कह सकते कि उन्होंने पटरी खत्म होगी, नहीं, लगान नूं अगले चाहन तो जोड़ भी लगा सकते हैं क्योंकि कई जगह ते लगाए भी होंदे ने, लेकिन वो इस जगह नूं खाली क्यों छड्डदे ने? देखो जदों भी
ਕੋਈ ਆਪਾਂ ਆਇਰਨ ਦਾ ਪੀਸ ਲੈਣੇ ਆ, ਠੀਕ ਹੈ, ਆਇਰਨ ਦਾ ਪੀਸ ਲੈਣੇ ਆ, ਉਹਦੇ ਉੱਤੇ ਮੰਨ ਲਓ ਤੁਸੀਂ ਹੈਮਰ ਦੇ ਨਾਲ ਵਾਰੀ-ਵਾਰੀ ਸਟ੍ਰਾਈਕ ਕਰ ਰਹੇ ਹੋ ਤਾਂ ਉਹ ਕੀ ਹੋ ਜਾਂਦਾ, ਗਰਮ ਹੋ ਜਾਂਦਾ ਹੈ। ਤਾਂ ਉਸੇ ਤਰ੍ਹਾਂ ਉਹ ਕੀ ਕਹਿ ਰਿਹਾ, ਜੇ ਮੰਨ ਲਓ ਉਸ ਪੀਸ ਨੂੰ ਤੁਸੀਂ ਹੈਮਰ ਦੇ ਨਾਲ ਸਟ੍ਰਾਈਕ ਕੀਤਾ, ਗਰਮ ਹੋ ਗਿਆ, ਤਾਂ ਗਰਮ ਹੋਣ ਦੇ ਨਾਲ ਕੀ ਹੁੰਦਾ, ਕਿਤੇ ਨਾ ਕਿਤੇ ਜਦੋਂ ਮੰਨ ਲਓ ਗਰਮ ਹੋਏਗਾ ਉਹਦੇ ਅੰਦਰ ਜਿਹੜੇ ਮੋਲੀਕਿਊਲ ਹੋਣਗੇ, ਸਭ ਤੋਂ ਪਹਿਲਾਂ ਮੰਨ ਲਓ ਤੁਸੀਂ ਇਹ ਆਪਣਾ ਆਇਰਨ ਦਾ ਪੀਸ ਸੀਗਾ, ਠੀਕ ਹੈ, ਇਹਦੇ ਵਿੱਚ ਕੀ ਹੈ, ਸਾਰੇ ਮੋਲੀਕਿਊਲ ਕੀ ਹੈਗੇ ਨੇ, ਆਰਾਮ ਨਾਲ ਬੈਠੇ ਨੇ, ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਠੀਕ ਹੈ, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਆ ਕੇ ਕੀ ਕੀਤਾ, ਡਿਸਟਰਬੈਂਸ ਕ੍ਰੀਏਟ ਕੀਤੀ, ਮੈਂ ਹਿਲਾ ਨਹੀਂ ਰਿਹਾ, ਮੈंने ਕੀ ਕੀਤਾ, ਹੈਮਰ ਚੱਕਿਆ, ਠੀਕ ਹੈ, ਹੈਮਰ ਇਹਦੇ ਉੱਤੇ ਮਾਰਨਾ ਸਟਾਰਟ ਕਰ ਦਿੱਤਾ। ਜਦੋਂ ਮੈਂ ਹੈਮਰ ਮਾਰਨਾ ਸਟਾਰਟ ਕਰੂੰਗਾ ਤੇ ਇਹਦੇ ਅੰਦਰ ਜਿਹੜੇ ਮੋਲੀਕਿਊਲ ਹੈ ਕੋਲਾਈਡ ਕਰਨ ਲੱਗ ਜਾਣਗੇ, ਠੀਕ ਹੈ, ਵਾਈਬ੍ਰੇਸ਼ਨ ਹੋ ਜਾਏਗੀ ਦੋਨਾਂ ਦੇ ਵਿੱਚ। ਉਹਦੇ ਚ ਕੀ ਹੋਏਗਾ, ਸਾਰੇ ਦੇ ਸਾਰੇ ਮੋਲੀਕਿਊਲ ਚ ਵਾਈਬ੍ਰੇਸ਼ਨਸ ਹੋਣੀ ਸਟਾਰਟ ਹੋ ਜਾਏਗੀ। ਜਦੋਂ ਵਾਈਬ੍ਰੇਸ਼ਨ ਸਟਾਰਟ ਹੋਏਗੀ ਤਾਂ ਉਹ ਆਪਣੀ ਜਗ੍ਹਾ ਤੋਂ ਹਟ ਜਾਣਗੇ, ਕਦੇ ਇਸ ਵੋਲ ਤੇ ਜਾਣਗੇ, ਕਦੇ ਉਸ ਵੋਲ ਤੇ, ਇਸ ਤਰ੍ਹਾਂ ਵੋਲਸ ਤੇ ਜਾਂਦੇ ਰਹਿਣਗੇ। ਉਹਦਾ ਮਤਲਬ ਕੀ ਹੋ ਜਾਏਗਾ ਕਿ ਕਿਤੇ ਨਾ ਕਿਤੇ ਜਦੋਂ ਉਹਦੇ ਵਿੱਚ ਰੈਸਟ ਸਟੇਟ ਤੋਂ ਮੋਸ਼ਨ ਦੇ ਵਿੱਚ ਆਉਂਦੇ ਆ ਤਾਂ ਉਹਦੀ ਐਕਚੁਅਲ ਵਾਲੀ ਸਟੇਟ ਦੀ ਚੇਂਜ ਹੋ ਜਾਂਦੀ ਹੈ। ਐਕਚੁਅਲ ਸਟੇਟ ਚੇਂਜ ਕਿਉਂ ਹੋ ਜਾਂਦੀ ਹੈ, ਉਹਦਾ ਜਿਹੜਾ ਸਾਈਜ਼ ਹੈ ਨਾ ਇਨਕਰੀਜ਼ ਹੋ ਜਾਂਦਾ ਹੈ। ਕਿਉਂ? ਡਿਊ ਟੂ ਕੋਲਾਈਡ, ਠੀਕ ਹੈ। ਉਹਦੇ ਚ ਕੀ ਹੋਗਾ, ਹੀਟ ਆਏਗੀ ਤਾਂ ਮੋਸ਼ਨਸ ਆਏਗਾ ਤਾਂ ਉਹਦਾ ਜਿਹੜਾ ਸਾਈਜ਼ ਹੈ ਇਨਕਰੀਜ਼ ਹੋ ਜਾਏਗਾ। ਤੇ ਉਹੀ ਤਰ੍ਹਾਂ ਹੈ ਜਦੋਂ ਇਹਦੇ ਤੇ ਮੰਨ ਲਓ ਗਰਮੀਆਂ ਦਾ ਟਾਈਮ ਹੈ, ਠੀਕ ਹੈ, ਗਰਮੀਆਂ ਦਾ ਟਾਈਮ ਹੈ, ਜਦੋਂ ਇਹਦੇ ਉੱਤੇ ਟ੍ਰੇਨ ਗੁਜ਼ਰਦੀ ਹੈ, ਜਦੋਂ ਟ੍ਰੇਨ ਜਾਏਗੀ ਤਾਂ ਉਹਦੇ ਚ ਕੀ ਹੋਏਗਾ, ਜਿਹੜੀ ਆਪਣੀ ਪਟਰੀ ਹੈ ਉਹਦੇ ਚ ਕੀ ਹੋਏਗਾ, ਹੀਟ ਹੋਏਗੀ, ਥਰਮਲ ਐਕਸਪੈਂਸ਼ਨ ਹੋਏਗਾ। ਜਦੋਂ ਹੀਟ ਬਣੇਗੀ ਤਾਂ ਇਹਦੀ ਸਾਈਜ਼ ਜਿਹੜਾ ਹੋਏਗਾ, ਜਿਹੜੀ ਇਹ ਲਾਈਨ ਹੈ ਇਹਦਾ ਜਿਹੜਾ ਸਾਈਜ਼ ਹੋਏਗਾ ਪਟਰੀ ਦਾ ਇਨਕਰੀਜ਼ ਹੋਏਗਾ, ਕਿਉਂਕਿ ਟ੍ਰੇਨ ਆਉਣ ਤੋਂ ਪਹਿਲਾਂ ਰੈਸਟ ਸਟੇਟ ਤੇ ਸੀ। ਜਦੋਂ ਹੀ ਆਈ ਮੋਲੀਕੂਲ ਕੋਲਾਈਡ ਹੋਣੇ ਸਟਾਰਟ ਹੋ ਗਏ, ਹੀਟ ਐਕਸਪੈਂਸ਼ਨਸ ਹੋ ਗਈ ਤਾਂ ਇਹਦਾ ਸਾਈਜ਼ ਵੀ ਇਨਕਰੀਜ਼ ਹੋ ਗਿਆ। ਉਸ ਸਾਈਜ਼ ਨੂੰ ਇਨਕਰੀਜ਼ ਹੋ ਜਾਂਦਾ ਹੈ, ਠੀਕ ਹੈ, ਉਹਨੂੰ ਮੇਨਟੇਨ ਕਰਨ ਵਾਸਤੇ ਇਹ ਚੀਜ਼ ਲੈ ਕੇ ਆਈ ਜਾਂਦੀ ਹੈ। ਅਗਰ ਉਹਨੂੰ ਇਕੱਠਾ ਜੋੜ ਦਿੱਤਾ ਜਾਵੇ ਤਾਂ ਸਾਈਜ਼ ਜਦੋਂ ਇਨਕਰੀਜ਼ ਹੋਏਗਾ ਜਿਹੜੀ ਪਟਰੀ ਅੱਗੇ ਨੂੰ ਖਿਸਕ ਜਾਏਗੀ, ਇਸ ਕਰਕੇ ਸਪੇਸ ਛੱਡਿਆ ਜਾਂਦਾ ਹੈ। ਤੇ ਇਹਦਾ ਆਨਸਰ ਰਹੇਗਾ ਜੀ ਡਿਊ ਟੂ ਅਲਾਉ ਦਾ ਐਕਸਪੈਂਸ਼ਨ ਡਿਊ ਟੂ ਹੀਟ, ਠੀਕ ਹੈ। ਚਲੋ नेक्स्ट क्वेश्चन है जी, देश बंधु वाज ए टाइटल टू गिवन बाय, दसो देश बंधु वाज टाइटल टू गिवन बाय, ये मिलिया जीगा जी CR दास ਨੂੰ। CR दास कौन है? चितरंजन दास, ठीक है, चितरंजन दास। ਇਹਨਾਂ ਨੇ ਦੇਸ਼ ਵਾਸਤੇ ਬਹੁਤ ਅੱਛੇ ਕੰਮ ਕੀਤੇ ਸੀਗੇ ਤਾਂ ਇਹਨਾਂ ਨੂੰ ਦੇਸ਼ ਬੰਧੂ ਕਿਹਾ ਜਾਂਦਾ ਸੀਗਾ। ਇਹਨਾਂ ਨੂੰ ਕੀ ਕਿਹਾ ਜਾਂਦਾ ਸੀ? ਦੇਸ਼ ਬੰਧੂ ਕਿਹਾ ਜਾਂਦਾ ਸੀਗਾ, ਠੀਕ ਹੈ, ਦੇਸ਼ ਬੰਧੂ ਕਿਹਾ ਜਾਂਦਾ ਸੀ। ਇਹ ਇੱਕ ਐਡਵੋਕੇਟ ਸੀਗੇ CR दास, ठीक है, एडवोकेट सीगे। ਜਦੋਂ ਅਲੀਪੁਰ ਦਾ ਬੰਬ ਕੇਸ ਹੋਇਆ ਸੀਗਾ ਤਾਂ ਉਦੋਂ ਕੀ ਕੀਤਾ ਇਹਨਾਂ ਨੇ, ਅਰਵਿੰਦੋ ਘੋਸ਼ ਨੂੰ ਉਹਨਾਂ ਦਾ ਕੀ ਕੀਤਾ, ਉਹਨਾਂ ਨੂੰ ਬਚਾਇਆ ਸੀ। ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, 1922 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਇਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਹੈ। ਉੱਥੇ ਇਹਨਾਂ ਦਾ ਮੇਨ ਇੱਕ ਸਟੈਪ ਰਿਹਾ ਕਿ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਹੈਗੀ ਹੈ, ਇੰਡੀਅਨ ਨੈਸ਼ਨਲ ਕਾਂਗਰਸ ਕੀ ਕਰ ਰਹੀ ਹੈ, ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈਗੀ ਹੈ ਬ੍ਰਿਟਿਸ਼ ਦੀ, ਉਹਦੇ ਵਾਸਤੇ ਕੀ ਕਰ ਰਹੀ ਹੈ, ਉਹਦਾ ਵਿਰੋਧ ਕਰ ਰਹੀ ਹੈ। ਲੇਕਿਨ ਇੱਕ ਇਹ ਪਰਸਨ ਸੀਗੇ CR दास, ਇਹਨਾਂ ਨੇ ਕਿਹਾ ਸੀਗਾ ਤੁਸੀਂ ਇਸ ਚੀਜ਼ ਦਾ ਵਿਰੋਧ ਨਹੀਂ ਕਰਨਾ, ਅਸੀਂ ਇਹਦੇ ਵਿੱਚ ਜਾ ਕੇ ਪਾਰਟਿਸਿਪੇਟ ਕਰਾਂਗੇ ਇਹਨਾਂ ਦੀ ਐਗਜ਼ੀਕਿਊਟਿਵ ਕਾਉਂਸਲ ਦੇ ਵਿੱਚ, ਜਿੱਥੇ ਜਾ ਕੇ ਜਿਹੜੇ ਵੀ ਇਹ ਨਵੇਂ ਕਾਨੂੰਨ ਲੈ ਕੇ ਆਣਗੇ ਅਸੀਂ ਉਹਨਾਂ ਨੂੰ ਹਟਾ ਸਕਦੇ ਹਾਂ, ਠੀਕ ਹੈ। ਯਾਨੀ ਦੇਸ਼ ਦੇ ਹਿੱਤ ਵਿੱਚ ਕੰਮ ਕੀਤਾ ਸੀਗਾ। ਐਂਡ 1925 ਦੇ ਵਿੱਚ ਇਹਨਾਂ ਦੀ ਕੀ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਲੱਭਣਾ ਹੈ ਜੀ ਫੋਲੋਇੰਗ ਪੇਅਰ, ਕਹਿ ਰਹੇ ਆ ਜੀ ਕਿਹੜਾ ਇਨਕੋਰੈਕਟ ਪੇਅਰ ਹੈ। ਦੇਖੋ ਕਿਹੜਾ ਇਨਕੋਰੈਕਟ ਪੇਅਰ ਹੋ ਸਕਦਾ ਹੈ, ठीक है, जी मिल्खा गोल्फ नाल है, ठीक है जी, अभिनव बिंद्रा शूटिंग नाल है, फर्स्ट गोल्ड मेडलिस्ट है ओलंपिक दे, ठीक है। उस बाद इरफान पठान है क्रिकेट दे नाल, ठीक है, ते सानिया मिर्जा बैडमिंटन। हुण कहणगे सानिया मिर्जा बैडमिंटन सही है, लेकिन बैडमिंटन सानिया मिर्जा नहीं खेलदी। जेड़ा सानिया मिर्जा खेलदी है वो की खेलदी है, टेनिस खेलदी है। टेनिस की हुंदी है बॉल दे नाल एक जेड़ा रैकेट दे नाल खेलदे है, ठीक है। ते पहला जेड़ा ऑप्शन रहेगा इनकरेक्ट रहेगा। सैकंड है जी हरिका लेक किहड़े डिस्ट्रिक्ट दे विच है? हाँ जी, हरिका लेक रहिंदी है जी अपनी तरन तारण दे विच, ठीक है। उस तो बाद गल करदे आ जी फेमस परसनैलिटी दी जिन्हां नूं बीयर्डेड मदर टेरेसा कहा जाता है। मदर टेरेसा ने भी बहुत अच्छे काम किए सीगे, ठीक है। उस तो बाद जेडे बीयर्डेड मदर टेरेसा किनू कहा जाएगा? खुशवंत सिंह जी नूं नहीं, गुरदयाल सिंह नूं नहीं, राइटर ने जसप्रीत सिंह नूं नहीं, ये कौन है? भगत पूरन सिंह। भगत पूरन सिंह जी नूं कहा जाता है बीयर्डेड मदर टेरेसा। क्यों? क्योंकि ये फाउंडर रहे, किहदे फाउंडर ने? पिंगलवाड़ा दे, ठीक है। भगत पूरन सिंह जी कौन ने? पिंगलवाड़ा दे की रहे ने? फाउंडर रहे ने। नेक्स्ट क्वेश्चन है जी यंगेस्ट पर्सन टू विन साहित्य अकेडमी अवार्ड। चलो जी दसो यंग पर्सन का नाम दसो जिन्होंने साहित्य अकेडमी अवार्ड जीते एंड ये भी दसोगे उन्होंने कदों जीते।
ਇਹਦੇ ਨਾਲ ਆਪਾਂ ਇੱਕ ਦੋ ਹੋਰ ਇਨਫੋਰਮੇਸ਼ਨ ਰਹਿਣਗੀਆਂ ਜਿਹੜੀਆਂ ਕਿ ਇੱਕ ਤਾਂ ਆਪਣੀ ਰਹੇਗੀ ਗਿਆਨਪੀਠ ਅਵਾਰਡ ਕਹਿ ਦਿੰਦੇ ਆ ਜਿਹਨੂੰ ਆਪਾਂ ਗਿਆਨਪੀਠ ਅਵਾਰਡ ਐਂਡ ਸਰਸਵਤੀ सम्मान ਅਵਾਰਡ ਸਰਸਵਤੀ सम्मान ਅਵਾਰਡ। ਚਲੋ 10 ਸੈਕਿੰਡ ਹੈਗੇ ਨੇ ਤੁਹਾਡੇ ਕੋਲੋਂ, ਤੁਸੀਂ ਇਸ ਚੀਜ਼ ਬਾਰੇ ਦੱਸੋਗੇ ਮੈਨੂੰ। ਹਾਂਜੀ ਦੱਸੋ। ਜਵਾਬ ਦਿਓ। ਸਾਹਿਤਿਆ ਅਕੈਡਮੀ ਅਵਾਰਡ ਕਿਹੜੇ ਯੰਗੈਸਟ ਪਰਸਨ ਨੂੰ ਮਿਲਿਆ? ਜਿਹੜਾ ਸਾਹਿਤਿਆ ਅਕੈਡਮੀ ਅਵਾਰਡ ਹੈ ਉਹ ਮਿਲਿਆ ਸੀਗਾ ਸ਼ਿਵ ਕੁਮਾਰ ਬਟਾਲਵੀ ਨੂੰ। ਸ਼ਿਵ ਕੁਮਾਰ ਬਟਾਲਵੀ ਨੂੰ ਮਿਲਿਆ ਸੀ। ਕਿਹਦੇ ਵਾਸਤੇ ਮਿਲਿਆ ਸੀਗਾ? ਲੂਨਾ ਕਰਕੇ। ਲੂਨਾ ਇਹਨਾਂ ਦੀ ਇੱਕ ਕਿਤਾਬ ਸੀ, ਉਹਦੇ ਕਰਕੇ ਇਹਨਾਂ ਨੂੰ ਮਿਲਿਆ ਸੀਗਾ ਸ਼ਿਵ ਕੁਮਾਰ ਬਟਾਲਵੀ ਨੂੰ। ਠੀਕ ਹੈ, ਜ਼ਿਆਦਾਤਰ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਰਹੀਆਂ ਨੇ ਰੋਮਾਂਟਿਕਸ ਰਹੀਆਂ ਨੇ, ਇਹ ਦਰਦ ਭਰੀਆਂ ਰਹੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਗਿਆਨਪੀਠ ਅਵਾਰਡ ਦੀ, ਤਾਂ ਗਿਆਨਪੀਠ ਅਵਾਰਡ 1981 ਦੇ ਵਿੱਚ ਮਿਲਿਆ ਸੀਗਾ ਅੰਮ੍ਰਿਤਾ ਪ੍ਰੀਤਮ ਨੂੰ। ਠੀਕ ਹੈ, ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ। ਔਰ ਅਗਰ ਤੁਹਾਨੂੰ ਪੁੱਛਿਆ ਜਾਵੇ ਕਿਹਦੇ ਕਰਕੇ ਮਿਲਿਆ, ਤਾਂ ਉਹਨਾਂ ਦੀ ਇੱਕ ਫੇਮਸ ਬੁੱਕ ਹੈ ਜੀ ਜਿਹਦਾ ਨਾਮ ਹੈ ਕਾਗਜ਼ ਤੇ ਕੈਨਵਸ। ਕਾਗਜ਼ ਤੇ ਕੈਨਵਸ ਦੇ ਲਈ ਮਿਲਿਆ ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਅਵਾਰਡ। ਪੰਜਾਬ 'ਚ ਦੋ ਹੀ ਜਣਿਆਂ ਨੂੰ ਮਿਲਿਆ, ਇਹ ਵੀ ਧਿਆਨ ਰੱਖਿਆ ਜੇ। ਠੀਕ ਹੈ, ਪੰਜਾਬ 'ਚ ਦੋ ਹੀ ਜਣਿਆਂ ਨੂੰ ਮਿਲਿਆ ਗਿਆਨਪੀਠ ਅਵਾਰਡ। ਜਿਹੜਾ ਪਹਿਲਾ ਮਿਲਿਆ ਅੰਮ੍ਰਿਤਾ ਪ੍ਰੀਤਮ ਨੂੰ 1981 ਨੂੰ ਕਾਗਜ਼ ਤੇ ਕੈਨਵਸ ਦੇ ਲਈ, ਐਂਡ ਸੈਕੰਡ ਮਿਲਿਆ ਜੀ ਗੁਰਦਿਆਲ ਸਿੰਘ ਨੂੰ 1999 ਦੇ ਵਿੱਚ ਗੁਰਦਿਆਲ ਸਿੰਘ ਨੂੰ ਮਿਲਿਆ। ਠੀਕ ਹੈ, ਇਹ ਕਿਹਦੇ ਲਈ ਮਿਲਿਆ ਸੀਗਾ? ਇਹਨਾਂ ਦੀ ਇੱਕ ਫੇਮਸ ਕਿਤਾਬ ਹੈ ਜੀ ਜਿਹਦਾ ਨਾਮ ਹੈਗਾ ਮੜੀ ਦਾ ਦੀਵਾ। ਮੜੀ ਦਾ ਦੀਵਾ, ਮੜੀ ਦਾ ਦੀਵਾ। ਐਂਡ ਸ਼ਿਵ ਕੁਮਾਰ ਬਟਾਲਵੀ ਨੂੰ ਜਦੋਂ ਮਿਲਿਆ ਸੀਗਾ 1967 ਨੂੰ ਮਿਲਿਆ ਸੀ। ਠੀਕ ਹੈ, ਇਹ ਹੋ ਗਿਆ ਆਪਣਾ। ਐਂਡ ਅਗਰ ਆਪਾਂ ਸਰਸਵਤੀ सम्मान ਅਵਾਰਡ ਦੀ ਗੱਲ ਕਰਦੇ ਹਾਂ, ਸਰਸਵਤੀ सम्मान ਅਵਾਰਡ, ਸਰਸਵਤੀ सम्मान ਅਵਾਰਡ 3 ਜਣਿਆਂ ਨੂੰ ਮਿਲਿਆ, ਗਿਆਨਪੀਠ 2 ਨੂੰ ਮਿਲਿਆ, ਸਰਸਵਤੀ सम्मान 3 ਜਣਿਆਂ ਨੂੰ ਮਿਲਿਆ। ਔਰ ਇਹ ਯਾਦ ਰੱਖਿਆ ਜੀ, ਇਹਨਾਂ ਦੀ ਰੀਸੈਂਟਲੀ ਇੱਕ ਵਾਰ ਇਹਨਾਂ ਦੀ ਡੈਥ ਵੀ ਹੋ ਚੁੱਕੀ ਹੈ, ਦਲੀਪ ਕੌਰ ਟਿਵਾਣਾ। ਠੀਕ ਹੈ, ਦਲੀਪ ਕੌਰ ਟਿਵਾਣਾ ਜੀ ਨੂੰ ਮਿਲਿਆ। ਇਹ ਕਦੋਂ ਮਿਲਿਆ ਸੀਗਾ? ਦਲੀਪ ਕੌਰ ਟਿਵਾਣਾ ਜੀ ਨੂੰ 2001 ਦੇ ਵਿੱਚ। ਉਸ ਤੋਂ ਬਾਅਦ ਮਿਲਿਆ ਜੀ ਸੁਰਜੀਤ ਪਾਤਰ ਨੂੰ। ਸੁਰਜੀਤ ਪਾਤਰ ਨੂੰ ਮਿਲਿਆ 2009 ਦੇ ਵਿੱਚ। ਇੱਕ ਮਿਲਿਆ ਜੀ ਹਰਭਜਨ ਸਿੰਘ ਨੂੰ। ਹਰਭਜਨ ਸਿੰਘ ਨੂੰ, ਠੀਕ ਹੈ, ਹਰਭਜਨ ਸਿੰਘ ਨੂੰ ਮਿਲਿਆ ਸੀਗਾ 1994 ਦੇ ਵਿੱਚ। ਕਲੀਅਰ ਹੈ? ਦੇਖੋ ਫਿਰ ਤੋਂ ਸੁਣੋ, ਯੰਗੈਸਟ ਪਰਸਨ ਟੂ ਵਿਨ ਦਾ ਸਾਹਿਤਿਆ ਅਕਾਦਮੀ ਅਵਾਰਡ, ਯਾਨੀ ਇਹ ਕਿਹੜਾ ਪਰਸਨ ਯੰਗੈਸਟ ਸੀਗਾ? ਤਾਂ ਆਨਸਰ ਹੈਗਾ ਜੀ ਸ਼ਿਵ ਕੁਮਾਰ ਬਟਾਲਵੀ ਨੂੰ ਮਿਲਿਆ ਸੀਗਾ। ਇਹਨਾਂ ਨੇ ਕੀ ਲਿਖੀ ਸੀ? ਲੂਨਾ। ਲੂਨਾ ਦੇ ਲਈ ਮਿਲਿਆ ਸੀਗਾ 1967 ਦੇ ਵਿੱਚ। ਫਿਰ ਅਗਰ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਗਿਆਨਪੀਠ ਅਵਾਰਡ, ਤਾਂ ਸਾਡਾ ਆਨਸਰ ਹੈਗਾ ਜੀ 1981 ਦੇ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਸੀ ਕਾਗਜ਼ ਤੇ ਕੈਨਵਸ ਦੇ ਲਈ। 1999 ਦੇ ਵਿੱਚ ਮਿਲਿਆ ਸੀਗਾ ਗੁਰਦਿਆਲ ਸਿੰਘ ਨੂੰ ਮੜੀ ਦਾ ਦੀਵਾ। ਐਂਡ ਸਰਸਵਤੀ सम्मान ਅਵਾਰਡ ਮਿਲਿਆ 3 ਜਣਿਆਂ ਨੂੰ, ਹਰਭਜਨ ਸਿੰਘ ਮਿਲਿਆ, ਸੁਰਜੀਤ ਪਾਤਰ ਮਿਲਿਆ ਐਂਡ ਦਲੀਪ ਕੌਰ ਟਿਵਾਣਾ। ਠੀਕ ਹੈ, ਦਲੀਪ ਕੌਰ ਟਿਵਾਣਾ। ਪੰਜਾਬ ਦੇ ਵਿੱਚ ਹੁਣ ਤੱਕ ਦੇ ਸਰਸਵਤੀ सम्मान ਅਵਾਰਡ 3 ਨੇ ਤੇ ਗਿਆਨਪੀਠ ਅਵਾਰਡ 2 ਨੇ। ਠੀਕ ਹੈ, ਚਲੋ ਨੈਕਸਟ ਕੁਐਸਚਨ ਕਹਿ ਰਿਹਾ ਜੀ ਵਿਚ ਲਾਈਨ ਡਿਵਾਈਡ ਇੰਡੀਆ ਇਨਟੂ 2 ਨੀਅਰ ਇਕੁਅਲ ਪਾਰਟਸ, ਯਾਨੀ ਆਪਣੇ ਇੰਡੀਆ ਨੂੰ ਕਿਹੜੀ ਲਾਈਨ ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰਦੀ ਹੈ? ਸਾਨੂੰ ਤਾਂ ਪਤਾ ਹੀ ਨਹੀਂ ਇਸ ਚੀਜ਼ ਬਾਰੇ, ਕਿਉਂਕਿ ਸਾਨੂੰ ਕੀ ਪਤਾ ਹੈ? ਦੇਖੋ ਇਹ ਆਪਣਾ ਕੀ ਹੈਗਾ? ਠੀਕ ਹੈ, ਆਪਣੀ ਅਰਥ ਹੈਗੀ ਹੈ। ਇਹ ਕਹਿ ਦਿੰਦੇ ਅਗਰ ਆ ਅਰਥ ਕੀ ਕਰਦੀ ਹੈ? ਇਹਨੂੰ ਕਰ ਦਿੱਤਾ 0 ਡਿਗਰੀ ਇਕੁਏਟਰ। ਠੀਕ ਹੈ, ਅਰਥ ਨੂੰ ਕੀ ਕਰ ਰਹੀ ਹੈ ਜੀ? 2 ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੱਤਾ। ਇਕੁਏਟਰ ਨੇ 2 ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੱਤਾ। ਔਰ ਇੱਥੇ ਆ ਜਾਂਦੀ ਆਪਣੀ 23.5 ਡਿਗਰੀ ਨਾਰਥ। ਡਿਗਰੀ ਨਾਰਥ ਇਹ ਆਪਣੀ ਕਿਹੜੀ ਹੁੰਦੀ ਹੈ? ਇਹ ਹੁੰਦੀ ਹੈ ਆਪਣੀ ਟ੍ਰੋਪਿਕ ਆਫ ਕੈਂਸਰ। ਠੀਕ ਹੈ, ਟ੍ਰੋਪਿਕ ਆਫ ਕੈਂਸਰ। ਇਹ ਆ ਗਈ 23.5 ਡਿਗਰੀ ਸਾਊਥ ਟ੍ਰੋਪਿਕ ਆਫ, ਸਹੀ ਨਹੀਂ ਬਣਿਆ, ਆਪਾਂ ਦੁਬਾਰਾ ਬਣਾਈਏ ਇਹਨੂੰ ਪਹਿਲਾਂ ਤਾਂ। देखो ये अपनी आ गई अर्थ। ठीक है, उन्हें भी ज्यादा सही नहीं बनी, जियोइड बननी सी बस। ये बन गया 0 डिग्री इक्वेटर आ गया। ठीक है, उस तो बाद ये अपनी आ गई 23.5 डिग्री। ये अपनी आ गई 23.5 डिग्री नॉर्थ, क्योंकि ये अपना ऊपर वाला पोल की है 90 डिग्री नॉर्थ पोल है, तो ये की है 90 डिग्री साउथ पोल है। उस तो बाद इत्थे अपना आ जाएगा 23.5 डिग्री साउथ। इनू असीं कह दिंदे आ जी कैंसर।
ਇਹਨੂੰ ਕਹਿ ਦਿੰਦੇ ਆ ਕੈਪਰੀਕॉन, यानी कर्क रेखा ਤੇ मकर रेखा। ठीक है, उस तो बाद ये आ जाएगी अपनी 66.5 डिग्री नॉर्थ आ गई एंड ये अपने को आ गई 66.5 डिग्री साउथ आ गई। उन्होंने हुण आपां नूं क्वेश्चन दे विच देखो की पूछिया, अगर तां इंडिया पूछिया हुंदा तां अपने पूरे वर्ल्ड पूछिया हुंदा तां वर्ल्ड नूं दो इक्वल पार्ट दे विच डिवाइड कर दिया, नॉर्थ हैमिस्फीयर एंड साउथ हैमिस्फीयर दे विच, और रहिंदा इक्वेटर। उन्होंने अपने को पूछा भी इंडिया किदे नाल डिवाइड हुंदा है, देखो अपना इंडिया आंदा है इस जगह ते, ठीक है, अपना इंडिया आंदा है, यानी इत्थे केड़ी लाइन आ रही है, तो लाइन आ रही है जी कर्क रेखा। ठीक है, कैंसर आ रही है, ट्रॉपिक ऑफ कैंसर, तो जेड़ा अपने इंडिया नूं दो इक्वल पार्ट से डिवाइड करेगी वो कौन करेगी जी, ट्रॉपिक ऑफ कैंसर। ठीक है, ट्रॉपिक ऑफ कैंसर। अगर तुहानूं पूछा जा रहा है भी इंडिया दे विच जेड़ा अपना इंडिया जिहड़ी कर्क रेखा ने कली एक ही इहो जी रेखा है, ठीक है, कर्क रेखा ही है जिहड़ी अपने इंडिया च पास हुंदी है, बाकी कोई नहीं आंदी। ठीक है, देखो इक्वेटर दा रास्ता ਇਹ ਵੀ ਨਹੀਂ ਹੈਗਾ, ਮੈਕਮੋਨ ਲਾਈਨ ਦਾ ਦੱਸਦਾ मैं, पहला लिख लो ਤੁਸੀਂ, अगर ਤੁਹਾਨੂੰ ਪੁੱਛ ਲੈਣ ट्रॉपिक ऑफ कैंसर ਕਿਹੜੀ ਕਿਹੜੀ ਜਗ੍ਹਾ ਦੇ ਵਿੱਚੋਂ ਪਾਸ ਹੋ ਕੇ ਜਾਂਦੀ ਹੈ, ਸਭ ਤੋਂ ਪਹਿਲਾ ਰਹੇਗਾ ਜੀ ਮਿਜ਼ੋਰਮ, ਮਿਜ਼ੋਰਮ। ठीक है, ਉਸ ਤੋਂ ਬਾਅਦ ਆਂਦਾ ਜੀ त्रिपुरा, गुजरात, वेस्ट बंगाल, राजस्थान, मध्य प्रदेश, छत्तीसगढ़, ठीक है, एंड झारखंड, झारखंड। ठीक है, आ गया, क्लियर है नी चीज। उस तो बाद ये मैकमोन लाइन दा पुछ लैन किन्ने बनाई सी, हैनरी मैकमोन ने बनाई सीगा, जेड़ा अपना सब तो उच्चा पर्वत वाला एरिया है, यानी केड़ी जगह दे उत्ते जेड़ा अपना अपनी ईस्टर्न साइड हैगी है उधर बनी हुई है मैकमोन लाइन चाइना दे नाल। ठीक है, इंडिया ते चाइना दे विच बनी हुई है मैकमोन लाइन। जदों शिमला एग्रीमेंट होया सीगा उदों ये लाइन बनाई गई सी, लेकिन चाइना अज भी इस चीज नूं मनदा नहीं है। मैकमोन लाइन का नाम है, अगर पूछा जाए किहड़े पर्सन ने बनाई सीगी तो उन्हां दा नाम रहेगा जी हैनरी मैकमोहन, हैनरी मैकमोहन नाम रहेगा उहदा। क्लियर है सब नूं इन्नी चीज। चलो नैक्सट क्वेश्चन ते आ जांदे आ, केड़ा अपने चो यंग फोल्ड माउंटेन है, यंग फोल्ड माउंटेन की गल की गई भी इन्हां चारां दे विचों केड़ा यंग फोल्ड माउंटेन है। सब तो पहला फोल्ड माउंटेन बारे पता होना चाहिए। देखो अपने कोल माउंटेन किन्नी तरह के हुंदे ने, इत्थे करा दिंदे आपां। माउंटेन पूछे जा रहे जी, माउंटेन किन्नी तरह के हुंदे ने, तीन तरह के माउंटेन हुंदे ने। सब तो पहला आंदे ने फोल्ड माउंटेन, ठीक है, फिर उस तो बाद आंदे ने ब्लॉक माउंटेन, उस तो बाद आएंगे अपने को वल्कैनो माउंटेन। ठीक है, वल्कैनो माउंटेन। हुण आपां नूं पहला तो पता होना चाहिए कि फोल्ड माउंटेन किस तरह होएगा। देखो फोल्ड माउंटेन हुंदा है, फोल्ड माउंटेन केड़ा हुंदा है, देखो एग्जांपल के तौर पे अपने को दो प्लेटां ने, ठीक है, एक ही हैगियां ने दो प्लेटां ने, इन्हां चों की हैगी है एक प्लेट है P1, एक हैगी है P2, ठीक है, और एदा वेट है ρ1 आएगा, डेंसिटी इहदी हैगी है ρ2। हुण की है जी भी जिहड़ी अपने कोलों P1 प्लेट हैगी है ये हैगी है हैवी प्लेट, ठीक है, ये जिहड़ी हैगी है ये अपने कोल लाइट प्लेट है। फिर की हुंदा है इन्हां दोनां दे विच की हुंदी है, टकरांदे ने। क्यों, देखो जिहड़ियां अपनियां अर्थ है, ठीक है, अर्थ हैगी है जिहड़ी अर्थ है ये किहदे उपर है, अर्थ है अपनी किहदे उपर हुंदी है। जे हुण मान लो आपां बैठे हैं नीचे, की अर्थ हैगी है, अर्थ किहदे उपर है, मैगमा दे उपर फ्लोट कर रही है। ठीक है, मैगमा दे उपर फ्लोट कर रही है, जदों भी उहदे च सिस्मिक एक्टिविटीज हुंदियां ने, ठीक है, तो की हुंदी है जिहड़ियां प्लेटां ने वो टकराणगियां। अगर मान लो प्लेटां टकरा रही ने किसी भी तरह नाल, मान लो मैगमा आ रहा है, ठीक है, प्लेटां दोनों टकरा गईयां, जदों ये प्लेटां दोनों टकराणगियां ते इहदे च जिहड़ी अपने कोल हैवी प्लेट होएगी ओहदी इन्नी कैपेसिटी नहीं हैगी कि वो ऊपर नूं उठ जाएगी, वो की करेगी नीचे नूं चली जाएगी। एक जिहड़ी लाइट वाली प्लेट है वो की हो जाएगा, ऊपर नूं आ जाएगी। देखो जदों दोनों दोनों टकराणगे तो इस तरह की एक इक्वेशंस बन जाएगी। ठीक है, ये अपनी हैवी प्लेट आ गई, उस तो बाद जिहड़ी आ गई अपनी अप प्लेट आ गई। ठीक है, जेड़ा ऊपर उठदा रहेगा आ वाला पार्ट, ठीक है, वार जो जो टकरांदी रहेगी उवें उवें हाइट वधदी रहेगी, ते ऐसे चीज नूं असीं कह दिंदे हां जी फोल्ड माउंटेन। फोल्ड माउंटेन समझ आ गया। यानी फोल्ड माउंटेन किवें बनदे आ, दो प्लेटां ने, जदों दो प्लेटां आपस दे विच टकरा रहीआं ने, जदों दो प्लेटां आपस दे विच टकरा रहीआं ने तां हैवी प्लेट की हुंदा नीचे चली जाती है, एंड जिहड़ी हल्की प्लेट हुंदी है की हो जांदा ऊपर आण लग जाती है। उसदे उत्ते की बनन लग जांदे, माउंटेन बनन लग जांदे आ, एंड जिवें माउंटेन बनेगा तो इहनूं कह जांदे आ जी फोल्ड माउंटेन। उस तो बाद अगर ब्लॉक माउंटेन की गल की जाए तो दोवें प्लेटां की करनगियां, दूर जा रही ने, ठीक है, दूर जाएंगे तो इन्हां चों कुछ पार्ट की हो जाएगा नीचे चला जाएगा, तो उनकी इक्वेशन इस तरह बन जाएगी। आ हुंदे अपने ब्लॉक माउंटेन, ठीक है, और वल्कैनो माउंटेन जेडे ज्वालामुखी तो बनते हैं।
ਹੁਣ ਆਪਾਂ ਨੂੰ ਪੁੱਛਿਆ ਗਿਆ ਯੰਗ ਫੋਲਡ ਮਾਊਂਟੇਨ ਕਿਹੜਾ ਹੈ, ਤਾਂ ਸਾਡਾ ਯੰਗ ਫੋਲਡ ਮਾਊਂਟੇਨ ਰਹੇਗਾ ਹਿਮਾਲਿਆ। ਅਰਾਵਲੀਜ਼ ਕਿਉਂ ਨਹੀਂ, ਅਰਾਵਲੀਜ਼ ਦਾ ओल्डेस्ट माउंटेन है, ठीक है। अरावली ओल्डेस्ट फोल्ड माउंटेन है, ये भी ध्यान रखियो, ओल्डेस्ट फोल्ड माउंटेन है अरावली, ठीक है। उस तो बाद पूछ रहे हैं जी हाईएस्ट पीक इन इंडिया, हाईएस्ट पीक इन इंडिया, इंडिया दे विच हाईएस्ट पीक केड़ी है इस टाइम, इंडिया दे विच जेडी हाईएस्ट पीक हैगी है वो किहदी है जी, कंचनजुंगा दी, कंचनजुंगा दी। अगर आपां नूं पूरे अपनी इंडिया दे विच पूछ लैंदे, ठीक है, अगर अक्साई चीज वाला अपने कोलों जेड़ा पाकिस्तान कोलों पार्ट है तो अपनी हुंदी सी K2, ठीक है, गॉडविन ऑस्टिन ए वाली होनी सी, लेकिन उन्होंने पूछ लिया ऑप्शन च नहीं हैगा, जे ऑप्शन च हुंदा तो K2 असीं लगा सकदे सी, लेकिन हाईएस्ट पीक पूछिए तो कंचनजुंगा रहेगी। हेलो जी, आओ नेक्स्ट क्वेश्चन कह रहा है कि जो मान लो सनराइज हो रहा है, ठीक है, सनराइज हो रहा है, सनराइज जो हुंदा है किधरी साइड तो होएगा, सनराइज केड़ी साइड तो हुंदा है, ईस्टर्न साइड तो हुंदा है, ईस्टर्न जेडी साइड है उत्थों हो रहा है, ईस्टर्न साइड है, इधर वाली साइड केड़ी है अपनी, आ वाली साइड वैस्टर्न है, इत्थे है गुजरात, इत्थे आंध्र प्रदेश, इत्थों की हो रहा है, सनराइज हो रहा है। जदों सन आ रहा है अपना राइज हो रहा है तो इत्थे आन लगे टाइम तो लगेगा लगेगा, क्योंकि डिस्टेंस बहुत ज्यादा है। उन्होंने पूछा है तुसी ये दसना है कि अगर अपने अरुणाचल प्रदेश से सवेरे 6 बजे ने तो उस टाइम गुजरात से कितना टाइम होएगा, किन्ने अपने मतलब किन्ने घंटे का उन्हां दे विच डिफरेंस रहेगा, ये चीज दसनी है तुसी। देखो सब तो पहला आपां बना लेने हैं इंडिया, ठीक है, एक बार वैसे बस रफ जा बन गया, ठीक है। ये अपने को की है गुजरात, ठीक है, इत्थे की आ जाता अपना अरुणाचल प्रदेश, ठीक है, आ गया, बन गया ये चीज। हुण देखो जदों भी कोई टाइम की गल करते हैं, टाइम की गल करांगे तो असीं लोंगीट्यूड लेना हुंदा है, ठीक है। गुजरात का लोंगीट्यूड कितना आ जाता है 68, ठीक है, 68.7 मिनट, 68 डिग्री 0.7 मिनट हो जाता है, और इत्थे कितना आंदा 97.25, ठीक है। ये इन्हां दोनों के लोंगीट्यूड का डिस्टेंस है। जो आप इन्हां नूं माइनस करते हैं तो अप्रोक्सीमेटली तुसीं मान लो 30 आ गया, 30 आ गया, इन्नी चीज मान ली भी अप्रोक्सीमेटली अपने को की हो गया 30 आ गया। और एक गल ये कही जाती है कि जी सूरज की किरण है, ठीक है, जी सूरज सन रेज हैगी है, एक लोंगीट्यूड तो दूसरे लोंगीट्यूड तक पहुंचने लगे कितना टाइम लैंदी है, 4 मिनट, 4 मिनट लैंदी है। देखो अपने को सिंपल लो, तुहाडे ते मेरे विच दा डिस्टेंस आ गया जी 30, ठीक है, आपा की करते हैं इत्थे 30 लाइना बना लेने सपोज इट, ठीक है, मैं गिन नहीं रहा बस सिंपल बना दिया। अगर इत्थे सनराइज होया इत्थे जगह ते है पहली जगह ते, तो दूजे लोंगीट्यूड ते जान लग गया उन्होंने लग जाते हैं 4 मिनट, ते आपा किन्ने लोंगीट्यूड पार करने हैं 30, ते मैं कह रहा हूं 4 नाल मल्टीप्लाई कर दो, 4 × 12 ते कितना हो गया 120 हो गया, 120 आ गया, ये अपने को कितना आ गया 120 मिनट आ गए, ठीक है। 120 मिनट च किन्ने होंदे हैं, किन्ने हो गए 2 आवर हो गए, यानी 2 घंटे का डिफरेंस निकल गया। उन्होंने कहा भी अगर इत्थे 6 बजे ने तो उत्थे कितना टाइम होएगा, तो उत्थे सवेर दे 4 बजे होने, उदों 2 घंटे का डिफरेंस है दोनों दे विच, तो सवेर दे इत्थे 4 बजे होने हैं गुजरात दे विच। क्लीयर होगी सबनूं, ठीक। नेक्स्ट क्वेश्चन कह रहा है जी विच ऑफ द इंडियन आइलैंड आर कॉल्ड कोरल, कोरल आइलैंड किहनूं कहा जाता है, कोरल आइलैंड होंगे जिहड़े आ मतलब मवेशी अपने मछलियां वगैरह होंदियां ने, इन्हां दे जिहड़े कोरल्स होंदे ने बॉडी पार्ट्स होंदे ने, ठीक है, जिवें हड्डियां वगैरह, उत्थों जिहड़ा आइलैंड बनया तो वह अपना बनया लक्कादीप आइलैंड, ठीक है, लक्कादीप आइलैंड। एंड आ तो पता ही है सुंदरबंस किधर है ने, वेस्ट बंगाल। नेक्स्ट है जी हु वाज द फर्स्ट गवर्नर जनरल ऑफ इंडिपेंडेंट इंडिया, इंडिपेंडेंट इंडिया की गल की उन्होंने, सब तो पहला एक अपना जिहड़ा फर्स्ट गवर्नर जनरल बनया सीगा, ठीक है, फर्स्ट गवर्नर जनरल की गल की जाए, फर्स्ट गवर्नर जनरल तब कौन बनया सी, हाँ जी फर्स्ट गवर्नर जनरल कौन बनया सी, ये तुसी कमेंट बॉक्स में आंसर दोगे। उन्होंने हुण गल की है फर्स्ट गवर्नर जनरल ऑफ इंडिपेंडेंट इंडिया, फर्स्ट गवर्नर जनरल ऑफ इंडिपेंडेंट इंडिया, तो अपने कौन रहेंगे जी सी गोपालाचारी, ठीक है। उस तो बाद आ रहा है जी 18 नंबर ते क्वेश्चन आ रहा है नर्मदा बचाओ अंदोलन, नर्मदा बचाओ अंदोलन, नर्मदा बचाओ अंदोलन की गल करांगे।
ਇਹਦੇ ਬਾਰੇ ਦੱਸੋ, ਨਰਮਦਾ ਬਚਾਓ ਅੰਦੋਲਨ ਕਦੋਂ ਸਟਾਰਟ ਹੋਇਆ ਐਂਡ ਇਹਦੇ ਪਿੱਛੇ ਕਹਾਣੀ ਕੀ ਹੈ। ਵੈਸੇ ਤਾਂ ਇਹਨਾਂ ਨੇ ਆਪਾਂ ਨੂੰ ਕੁਐਸਚਨ ਦੇ ਵਿੱਚ ਤਾਂ ਇਹ ਚੀਜ਼ ਪੁੱਛੀ ਹੈ ਕਿ ਜਿਹੜਾ ਨਰਮਦਾ ਬਚਾਓ ਅੰਦੋਲਨ ਹੈਗਾ ਉਹ ਕਿਹੜੀ ਚੀਜ਼ ਨਾਲ ਐਸੋਸੀਏਟ ਕਰਦਾ ਹੈ। ਹਾਂਜੀ, ਨਰਮਦਾ ਬਚਾਓ ਅੰਦੋਲਨ ਹੈ ਕਿਹੜੀ ਚੀਜ਼ ਨਾਲ ਐਸੋਸੀਏਟ ਕਰਦਾ ਹੈ। ਇਹਨੇ ਤਾਂ ਮੈਂ ਐਗਜ਼ਾਮਪਲ ਦਾ ਦੱਸ ਹੀ ਦਿੰਨਾ, ਆਨਸਰ ਵੀ ਦੱਸ ਦਿੰਨਾ ਕਿ ਜਿਹੜਾ ਨਰਮਦਾ ਬਚਾਓ ਅੰਦੋਲਨ ਹੈ ਸਰਦਾਰ ਸਰੋਵਰ ਡੈਮ ਨਾਲ ਰਿਲੇਟ ਕਰਦਾ ਹੈ। ਸਰਦਾਰ ਸਰੋਵਰ ਡੈਮ ਨਾਲ। ਦੇਖੋ ਨਰਮਦਾ ਬਚਾਓ ਅੰਦੋਲਨ ਕੀ ਹੈਗਾ ਸੀਗਾ, ਸਭ ਤੋਂ ਪਹਿਲਾਂ ਨਰਮਦਾ ਹੈਗੀ ਹੈ ਜਿਹੜੀ ਆਪਣੀ ਨਰਮਦਾ ਰਿਵਰ ਹੈਗੀ ਹੈ, ਇਹ ਲੌਂਗੈਸਟ ਰਿਵਰ ਹੈਗੀ ਹੈ, 6 ਨੰਬਰ ਤੇ ਆਉਂਦੀ ਹੈ। ਠੀਕ ਹੈ, 3 ਰਾਜਾਂ ਚ ਹੋ ਕੇ ਗੁਜ਼ਰਦੀ ਹੈ। ਪਹਿਲਾ ਮੱਧ ਪ੍ਰਦੇਸ਼ ਆ ਜਾਂਦਾ ਹੈ। ਠੀਕ ਹੈ, ਮੱਧ ਪ੍ਰਦੇਸ਼ ਵੀ ਆ ਜਾਂਦਾ ਹੈ। ਉਸ ਤੋਂ ਬਾਅਦ ਆਪਣੇ ਕੋਲੋਂ ਆਪਣਾ ਮੱਧ ਪ੍ਰਦੇਸ਼ ਆ ਜਾਏਗਾ, ਮਹਾਰਾਸ਼ਟਰ ਆ ਜਾਏਗਾ, ਮੱਧ ਪ੍ਰਦੇਸ਼ ਮਹਾਰਾਸ਼ਟਰ, ਕਿਉਂਕਿ 2 ਰਿਵਰ ਹੈਗੀਆਂ ਨੇ ਸਾਊਥ ਦੇ ਵਿੱਚ ਜਿਹੜੀਆਂ ਕੀ ਕਰਦੀਆਂ ਨੇ ਆਪਣੇ ਵੈਸਟ ਟੂ ਈਸਟ ਜਾਂਦੀਆਂ ਨੇ। ਇੱਕ ਤਾਂ ਹੈਗੀ ਨਰਮਦਾ ਰਿਵਰ, ਠੀਕ ਹੈ, ਇੱਕ ਹੈਗੀ ਨਰਮਦਾ ਰਿਵਰ, ਇੱਕ ਹੈਗੀ ਹੈ ਤਾਪੀ ਰਿਵਰ। ਜਿਹੜੀ ਨਰਮਦਾ ਰਿਵਰ ਦੀ ਹੈ, ਨਰਮਦਾ ਰਿਵਰ ਹੈਗੀਆਂ 3 ਸਟੇਟ ਚ ਜਾਂਦੀ ਹੈ, ਇੱਕ ਤਾਂ ਜਾਊਗੀ ਗੁਜਰਾਤ ਚੋਂ, ਇੱਕ ਜਾਂਦੀ ਹੈ ਮਹਾਰਾਸ਼ਟਰ ਚੋਂ, ਇੱਕ ਜਾਂਦੀ ਹੈ ਐਮਪੀ ਦੇ ਵਿੱਚੋਂ। ਠੀਕ ਹੈ, ਹੁਣ ਇਹਨਾਂ ਨੇ ਕੀ ਕੀਤਾ, ਸਰਦਾਰ ਸਰੋਵਰ ਡੈਮ ਬਣਾਉਣਾ ਸੀ। ਠੀਕ ਹੈ, ਸਰਦਾਰ ਸਰੋਵਰ ਡੈਮ ਬਣਾਉਣਾ ਸੀਗਾ, ਬਹੁਤ ਵੱਡਾ ਡੈਮ ਹੈ ਇਹ। ਸਰਦਾਰ ਸਰੋਵਰ ਡੈਮ ਬਣਾਉਣਾ ਸੀਗਾ ਨਰਮਦਾ ਰਿਵਰ ਦੇ ਉੱਤੇ। ਜਦੋਂ ਇਹ ਡੈਮ ਬਣਨਾ ਸੀ ਤਾਂ ਇਹਨਾਂ 3 ਰਾਜਾਂ ਨੂੰ ਕੀ ਹੋਣਾ ਸੀਗਾ, ਫਾਇਦਾ ਹੋਣਾ ਸੀਗਾ। ਠੀਕ ਹੈ, ਜਦੋਂ ਵੀ ਅਸੀਂ ਡੈਮ ਬਣਾਉਂਦੇ ਆ ਤਾਂ ਸਾਨੂੰ ਕੀ ਹੁੰਦਾ, ਉਹ ਵਾਲਾ ਏਰੀਆ ਖਾਲੀ ਚਾਹੀਦਾ ਹੁੰਦਾ, ਕਿਉਂਕਿ ਇਹਦੇ 'ਚ ਰਿਜ਼ਰਵ ਕਰਨਾ ਹੁੰਦਾ ਸੀ ਵਾਟਰ ਨੂੰ। ਇਹਦੇ ਸਾਡੇ ਲਈ ਹੈਲਪਫੁਲ ਹੁੰਦੇ ਨੇ ਡੈਮ। ਇਰੀਗੇਸ਼ਨਸ ਕਰਨੀ ਹੈ ਤਾਂ ਅਸੀਂ ਕਰ ਸਕਦੇ ਹਾਂ ਇੱਥੋਂ। ਠੀਕ ਹੈ, ਜਾਂ ਫਿਰ ਪਾਣੀ ਪਹੁੰਚਾਉਣਾ ਕਿਤੇ ਵੀ ਵਿਲੇਜ ਦੇ ਵਿੱਚ ਤਾਂ ਅਸੀਂ ਪਹੁੰਚਾ ਸਕਦੇ ਹਾਂ ਡਿਊ ਟੂ ਡੈਮ ਤੋਂ। ਠੀਕ ਹੈ, ਬਾੜ ਆਉਣ ਤੋਂ ਵੀ ਰੋਕੀ ਜਾ ਸਕਦੀ ਹੈ ਕਿਉਂਕਿ ਰਿਜ਼ਰਵ ਕਰ ਸਕਦੇ ਹਾਂ ਵਾਟਰ ਨੂੰ, ਕਦੇ ਛੱਡ ਦਿੱਤਾ ਕਦੇ ਖੋਲ ਲਿਆ। ਤੇ ਜਦੋਂ ਇਹ ਨਰਮਦਾ ਬਚਾਓ ਅੰਦੋਲਨ ਹੈਗਾ ਸੀਗਾ, ਉਦੋਂ ਕੀ ਕੀਤਾ ਗਿਆ, ਇਹਨਾਂ ਨੇ ਡੈਮ ਬਣਾਉਣਾ ਸੀਗਾ। ਜਿਹੜੇ ਆਸ-ਪਾਸ ਦੇ ਜਿਹੜੇ ਮਤਲਬ ਲੋਕ ਰਹਿੰਦੇ ਸੀਗੇ, ਉਹਨਾਂ ਲੋਕਾਂ ਨੂੰ ਪਿੱਛੇ ਹਟਾਇਆ ਗਿਆ ਵੀ ਤੁਸੀਂ ਇਸ ਜਗ੍ਹਾ ਨੂੰ ਖਾਲੀ ਕਰ ਦਿਓ। ਜਦੋਂ ਉਹਨਾਂ ਨੇ ਉਸ ਜਗ੍ਹਾ ਨੂੰ ਖਾਲੀ ਕਰਿਆ ਤਾਂ ਫਿਰ ਗਵਰਨਮੈਂਟ ਨੂੰ ਉਹਨਾਂ ਨੂੰ ਬਸਾਉਣ ਵਾਸਤੇ ਜਗ੍ਹਾ ਵੀ ਦੇਣੀ ਚਾਹੀਦੀ ਹੈ, ਲੇਕਿਨ ਉਹ ਜਗ੍ਹਾ ਨਹੀਂ ਦਿੱਤੀ, ਜਿਹਦੇ ਕਰਕੇ ਚੱਲਿਆ ਸੀਗਾ ਨਰਮਦਾ ਬਚਾਓ ਅੰਦੋਲਨ ਅਭਿਆਨ ਕਿ ਅਸੀਂ ਇਹ ਡੈਮ ਹੀ ਨਹੀਂ ਬਣਾਉਣ ਦੇਣਾ। ਤੇ ਅਗਰ ਤੁਹਾਨੂੰ ਪੁੱਛਿਆ ਜਾਂਦਾ ਕਿਹਦੇ ਨਾਲ ਐਸੋਸੀਏਟ ਕਰਦਾ ਤਾਂ ਉਹ ਸਰਦਾਰ ਸਰੋਵਰ ਡੈਮ ਨਾਲ ਐਸੋਸੀਏਟ ਕਰਦਾ। ਸਭ ਤੋਂ ਪਹਿਲਾਂ ਇਹਦਾ ਇਹ ਪੁੱਛਿਆ ਜਾਂਦਾ ਹੈ ਵੀ ਸਰਦਾਰ ਸਰੋਵਰ ਡੈਮ ਹੈ ਜਿਹੜਾ, ਇਹਦਾ ਜਿਹੜਾ ਨੀਂਹ ਕਿਨੇ ਰੱਖੀ ਸੀ, ਤਾਂ ਨੀਂਹ ਰੱਖੀ ਸੀ 1961 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ। ਠੀਕ ਹੈ, ਐਂਡ ਇਨਾਰਗੂਏਟ ਕਦੋਂ ਕੀਤਾ ਗਿਆ ਤਾਂ 17 ਸਤੰਬਰ 2017 ਨੂੰ ਮੋਦੀ ਜੀ ਨੇ ਕੀਤਾ। ਠੀਕ ਹੈ, 17 ਸਤੰਬਰ 2017 ਨੂੰ ਮੋਦੀ ਜੀ ਨੇ ਕੀਤਾ। ਸਮਝ ਆ ਗਿਆ ਸਭ ਨੂੰ। ਨੈਕਸਟ ਤੇ ਆਈਏ, ਸੌਲਟ ਮਾਰਚ ਦੀ ਗੱਲ ਕੀਤੀ ਗਈ ਹੈ। ਸੌਲਟ ਮਾਰਚ ਖਤਮ ਕਿਹੜੀ ਜਗ੍ਹਾ ਤੇ ਹੋਇਆ ਸੀਗਾ? ਹਾਂਜੀ, ਸੌਲਟ ਮਾਰਚ ਸਭ ਨੂੰ ਪਤਾ ਹੈ 1930 ਨੂੰ ਸਟਾਰਟ ਹੋਇਆ ਸੀਗਾ। ਠੀਕ ਹੈ, ਕਿਹਦੇ ਕਰਕੇ ਹੋਇਆ ਸੀਗਾ? ਸੌਲਟ ਮਾਰਚ ਦੀ ਗੱਲ ਕਰ ਰਹੇ ਹਾਂ। ਸੌਲਟ ਮਾਰਚ ਕੀ ਸੀਗਾ, ਅੰਗਰੇਜ਼ ਜਿਹੜੇ ਸੀਗੇ ਉਹਨਾਂ ਨੇ ਕੀ ਕੀਤਾ, ਇੰਡੀਆ ਦੇ ਵਿੱਚ ਸਟਾਰਟ ਕਰ ਦਿੱਤਾ ਨਮਕ ਬਣਾਉਣਾ। ਠੀਕ ਹੈ, ਐਂਡ ਉਹਦੇ ਉੱਪਰ ਕੀ ਕਰਤਾ, ਟੈਕਸ ਵੀ ਇੰਪੋਜ਼ ਕਰਤਾ। ਅਗਰ ਤੁਸੀਂ ਸਾਡੇ ਤੋਂ ਨਮਕ ਲੈਣਾ, ਸਾਡਾ ਹੀ ਨਮਕ ਹੈ, ਸਾਡੇ ਤੇ ਹੀ ਟੈਕਸ ਇੰਪੋਜ਼ ਕਰ ਦਿੱਤਾ ਕਿ ਜੇ ਤੁਸੀਂ ਨਮਕ ਲੈਣਾ ਤਾਂ ਤੁਹਾਨੂੰ ਟੈਕਸ ਦੇਣਾ ਪਏਗਾ। ਔਰ ਉਸ ਟਾਈਮ ਕੀ ਸੀਗਾ, ਬ੍ਰਿਟਿਸ਼ ਤੋਂ ਇਲਾਵਾ ਕੋਈ ਵੀ ਨਮਕ ਨੂੰ ਵੇਚ ਨਹੀਂ ਸਕਦਾ ਸੀ। ਠੀਕ ਹੈ, ਬ੍ਰਿਟਿਸ਼ ਤੋਂ ਇਲਾਵਾ ਕੋਈ ਵੀ ਪਰਸਨ ਨਮਕ ਨੂੰ ਵੇਚ ਨਹੀਂ ਸਕਦਾ ਸੀ। ਠੀਕ ਹੈ ਜੀ, ਉਦੋਂ ਕੀ ਫਿਰ ਕੀ ਹੋਇਆ, ਮਹਾਤਮਾ ਗਾਂਧੀ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਉਹ ਕਹਿ ਰਿਹਾ ਕਿ ਨਹੀਂ, ਇਸ ਚੀਜ਼ ਨੂੰ ਖਤਮ ਕਰਨਾ ਹੋਏਗਾ, ਇਹ ਸਾਡੇ ਲਈ ਜ਼ਰੂਰੀ ਹੈ। ਜਿਹੜਾ ਸੌਲਟ ਇੰਨਾ ਮਹਿੰਗਾ ਜਦੋਂ ਅਸੀਂ ਟੈਕਸ ਦੇ ਕੇ ਲਵਾਂਗੇ, ਉਹ ਵੀ ਸਾਡੇ ਹੀ ਆਪਣੇ ਦੇਸ਼ ਦਾ, ਇਹ ਚੀਜ਼ ਨਹੀਂ ਸਹੀ ਹੈਗੀ। ਤਾਂ ਉਹਨਾਂ ਨੇ ਕੀ ਕੀਤਾ, ਸੌਲਟ ਮਾਰਚ ਕੀਤਾ। ਉਹਨਾਂ ਨੇ ਸੌਲਟ ਮਾਰਚ ਕਿੱਥੋਂ ਕੀਤਾ ਸੀਗਾ? ਅਹਿਮਦਾਬਾਦ ਦੇ ਵਿੱਚ ਗਾਂਧੀ ਆਸ਼ਰਮ ਤੋਂ ਲੈ ਕੇ ਡਾਂਡੀ ਤੱਕ। ਡਾਂਡੀ ਪੈਂਦਾ ਆਪਣਾ ਗੁਜਰਾਤ ਦੇ ਵਿੱਚ। ਠੀਕ ਹੈ, ਦਕਸ਼ਿਣ ਸਾਊਥ ਦੇ ਵਿੱਚ ਪਾਏਗਾ। ਠੀਕ ਹੈ, ਆਪਣਾ ਸਾਊਥ ਦੇ ਵਿੱਚ ਹੈਗਾ। ਉੱਥੇ ਜਾ ਕੇ ਇਹਨਾਂ ਨੇ ਇਸ ਚੀਜ਼ ਨੂੰ ਖਤਮ ਕੀਤਾ ਸੀਗਾ, ਡਾਂਡੀ ਮਾਰਚ। ਠੀਕ ਹੈ, 1930 ਨੂੰ ਸਟਾਰਟ ਹੋਇਆ ਸੀਗਾ। ਵੈਸੇ ਐਗਜ਼ੈਕਟ ਡੇਟ ਹੁੰਦੀ ਹੈ ਇਹਦੀ 12 ਮਾਰਚ 1930। ਬਸ ਇਹੀ ਚੀਜ਼ ਪੁੱਛਦੇ ਆ, 12 ਮਾਰਚ 1930 ਨੂੰ ਆਪਣਾ ਸੌਲਟ ਮਾਰਚ ਸਟਾਰਟ ਹੋਇਆ ਸੀਗਾ ਐਂਡ 6 ਅਪ੍ਰੈਲ 1930 ਨੂੰ ਖਤਮ ਹੋ ਗਿਆ ਸੀਗਾ। ਸਟਾਰਟਿੰਗ ਪੁੱਛਿਆ ਜਾਵੇ ਕਿੱਧਰੋਂ ਹੋਇਆ ਸੀਗਾ ਤਾਂ ਅਹਿਮਦਾਬਾਦ ਚੋਂ, ਗਾਂਧੀ ਆਸ਼ਰਮ ਤੋਂ ਡਾਂਡੀ ਮਾਰਚ। ਨੈਕਸਟ ਆ ਜਾਂਦਾ ਜੀ ਸਤਿਆਗ੍ਰਹਿ ਮੂਵਮੈਂਟ ਅਗੇਂਸਟ ਦਾ ਇੰਡੀਗੋ ਪਲਾਂਟੇਸ਼ਨ। ਸਭ ਤੋਂ ਪਹਿਲਾਂ ਇੰਡੀਗੋ ਸਮਝੋ ਕੀ ਹੁੰਦੀ ਹੈ। ਇੰਡੀਗੋ ਹੁੰਦਾ ਨੀਲ, ਜਿਹੜਾ ਆਪਾਂ ਮੰਨ ਲਓ ਵਾਈਟ ਕੱਪੜੇ ਨੂੰ, ਠੀਕ ਹੈ, ਵਾਈਟ ਕੱਪੜੇ ਦੇ ਉੱਪਰ ਲਗਾਉਂਦੇ ਆ, ਨੀਲ ਹੁੰਦਾ ਇੰਡੀਗੋ ਪਲਾਂਟੇਸ਼ਨਸ। ਇੰਡੀਗੋ ਪਲਾਂਟੇਸ਼ਨਸ ਵਾਸਤੇ ਕੀ ਕੀਤਾ ਗਿਆ, ਜਿਹੜੇ ਅੰਗਰੇਜ਼ ਸੀਗੇ ਇਹਨਾਂ ਨੇ ਕੀ ਕੀਤਾ, ਆਪਣੇ ਜਿਹੜੇ ਇੰਡੀਆ ਦੇ ਫਾਰਮਰ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਡੀਗੋ ਉਗਾਓ। ਠੀਕ ਹੈ, ਇੰਡੀਗੋ ਉਗਾਣਾ, ਤੁਹਾਨੂੰ ਇਹਦੇ ਬਦਲੇ ਪੈਸਾ ਮਿਲੇਗਾ। ਲੇਕਿਨ ਇੰਡੀਗੋ ਉਗਾਉਣ ਨਾਲ ਕੀ ਹੁੰਦਾ ਸੀਗਾ ਕਿ ਸਭ ਤੋਂ ਜ਼ਿਆਦਾ ਇਰੀਗੇਸ਼ਨ ਕਰਨੀ ਪੈਂਦੀ ਸੀ। ਜਿਹੜੀ ਜਗ੍ਹਾ ਤੇ ਇੰਡੀਗੋ ਨੂੰ ਲਗਾ ਦਿੱਤਾ ਜਾਂਦਾ ਨਾ, ਉਹ ਜਿਹੜੀ ਐਨੀ ਜਿਹੜੀ ਫਰਟਾਈਲ ਜਿਹੜੀ ਨਾ ਜ਼ਮੀਨ ਰਹਿੰਦੀ ਨਹੀਂ,
ਤੇ ਜਿਹੜੇ ਫਾਰਮਰ ਸੀਗੇ ਨਾ ਉਸ ਚੀਜ਼ ਤੋਂ ਪਰੇਸ਼ਾਨ ਹੋ ਚੁੱਕੇ ਸੀਗੇ। 1750 ਦੇ ਵਿੱਚ ਇਹਦੀ ਖੇਤੀ ਸਟਾਰਟ ਹੋਈ ਸੀ ਆਪਣੇ ਇੰਡੀਆ 'ਚ, ਠੀਕ ਹੈ। ਉਹ ਤਿੰਨ ਜਗ੍ਹਾ ਤੇ ਸਟਾਰਟ ਹੋਈ ਸੀ। ਇੱਕ ਤਾਂ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਬਿਰਾਵਰ, ਇੱਕ ਏਦਾਂ ਦਾ ਕੋਈ ਸ਼ਹਿਰ ਹੈਗਾ, ਇੱਕ ਅਵਧ, ਠੀਕ ਹੈ, ਇੱਕ ਆਪਣੀ ਹੋਈ ਸੀ ਬੰਗਾਲ ਦੇ ਵਿੱਚ। ਇਹਨਾਂ ਤਿੰਨਾਂ ਜਿਹੜੀਆਂ ਸਟੇਟਾਂ ਦੇ ਵਿੱਚ ਕੀ ਹੋਇਆ ਸੀਗਾ, ਪਲਾਂਟੇਸ਼ਨ ਸਟਾਰਟ ਹੋ ਗਈ ਸੀ। ਲੇਕਿਨ ਫਾਰਮਰ ਕਰਨਾ ਨਹੀਂ ਚਾਹੁੰਦੇ ਸੀਗੇ। ਫਿਰ ਉਹਨਾਂ ਨੂੰ ਇਹ ਸੀਗਾ ਕਿ ਜਿਹੜੇ ਬ੍ਰਿਟਿਸ਼ ਹੈਗੇ ਨੇ ਉਹ ਪੈਸਾ ਦੇ ਰਹੇ ਸੀਗੇ ਤੇ ਉਹ ਕਰ ਰਹੇ ਸੀ। ਲੇਕਿਨ ਇਸ ਟਾਈਮ ਤੇ ਕੀ ਸੀਗਾ, ਇਹਦੇ ਉੱਤੇ ਨਾ ਸਭ ਤੋਂ ਜ਼ਿਆਦਾ ਵਾਟਰ ਦੀ ਲੋੜ ਹੁੰਦੀ ਹੈ, ਠੀਕ ਹੈ। ਉਨੀ ਜ਼ਿਆਦਾ ਫਰਟਾਈਲ ਜ਼ਮੀਨ ਵੀ ਨਹੀਂ ਰਹਿ ਜਾਂਦੀ ਉਸ ਤੋਂ ਬਾਅਦ। ਫਿਰ ਕੀ ਹੁੰਦਾ ਹੈ ਕਿ ਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਜਿਹੜੇ ਇੱਧਰ ਦੇ ਬੰਦੇ ਨੇ, ਠੀਕ ਹੈ, ਉਹ ਕੀ ਕਰਦੇ ਨੇ, ਉਹਨਾਂ ਚੋਂ, ਠੀਕ ਹੈ, ਉਹ ਬੰਦੇ ਜਾਂਦੇ ਨੇ ਗਾਂਧੀ ਜੀ ਕੋਲੋਂ, ਠੀਕ ਹੈ। ਉਹ ਬੰਦੇ ਹੁੰਦੇ ਨੇ ਚੰਪਾਰਨ ਦੇ ਹੁੰਦੇ ਬਿਹਾਰ ਦੇ, ਠੀਕ ਹੈ, ਬਿਹਾਰ ਦੇ ਵਿੱਚ। ਉਹ ਇਹਨਾਂ ਨੂੰ ਇਹ ਚੀਜ਼ ਦੱਸਦੇ ਆ ਤੇ ਉਦੋਂ ਕੀ ਕੀਤਾ ਜਾਂਦਾ ਹੈ, ਇਹ ਚੰਪਾਰਨ ਸੱਤਿਆਗ੍ਰਹਿ ਮੂਵਮੈਂਟ ਚਲਾਇਆ ਜਾਂਦਾ ਹੈ। ਚੰਪਾਰਨ ਸੱਤਿਆਗ੍ਰਹਿ ਮੂਵਮੈਂਟ ਇਹ ਕਦੋਂ ਚੱਲਿਆ ਸੀਗਾ, ਇਸ ਚੀਜ਼ ਬਾਰੇ ਪੁੱਛਿਆ ਜਾਵੇ ਤਾਂ 1917 ਨੂੰ ਸਟਾਰਟ ਹੋਇਆ ਸੀਗਾ। 1917 ਨੂੰ ਸਟਾਰਟ ਹੋਇਆ ਸੀਗਾ ਚੰਪਾਰਨ ਸੱਤਿਆਗ੍ਰਹਿ ਮੂਵਮੈਂਟ। ਕਿਹਦੇ ਅਗੇਂਸਟ ਹੋਇਆ ਸੀਗਾ, ਇੰਡੀਗੋ ਪਲਾਂਟੇਸ਼ਨ ਸਿਸਟਮ ਦੇ, ਠੀਕ ਹੈ ਜੀ। ਪੋਰਬੰਦਰ ਚ ਤਾਂ ਗਾਂਧੀ ਜੀ ਦਾ ਜਨਮ ਹੋਇਆ ਸੀਗਾ, ਠੀਕ ਹੈ। ਚਿਲਿਕਾ ਲੇਕ ਓਡੀਸ਼ਾ ਦੇ ਵਿੱਚ ਹੈਗੀ ਆ। ਨੈਕਸਟ ਆ ਜਾਓ ਜੀ, ਹੂ ਇਸ਼ੂ ਦਾ ਕਰੰਸੀ ਨੋਟ ਔਨ ਦਾ ਬਿਹਾਫ ਆਫ ਦਾ ਗਵਰਨਮੈਂਟ ਆਫ ਇੰਡੀਆ। ਗਵਰਨਮੈਂਟ ਆਫ ਇੰਡੀਆ ਦੇ ਬਿਹਾਫ ਤੇ ਕਰੰਸੀ ਨੋਟ ਕੌਣ ਇਸ਼ੂ ਕਰਦਾ ਹੈ, ਤਾਂ ਆਰਬੀਆਈ, ਠੀਕ ਹੈ, ਆਰਬੀਆਈ ਇਸ਼ੂ ਕਰੇਗਾ। ਉਸ ਤੋਂ ਬਾਅਦ ਹੈ ਜੀ, ਦਾ ਕਨਸਟੀਟਿਊਸ਼ਨਸ ਆਫ ਇੰਡੀਆ ਵਾਸ ਫਰੇਮਡ। ਜਿਹੜਾ ਆਪਣਾ ਇੰਡੀਆ ਦਾ ਕਨਸਟੀਟਿਊਸ਼ਨ ਹੈਗਾ ਉਹਨੂੰ ਕਿੰਨੇ ਫਰੇਮ ਕੀਤਾ ਸੀ, ਸਭ ਨੂੰ ਪਤਾ ਹੈ, ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ। ਨਾ ਬ੍ਰਿਟਿਸ਼ ਨੇ ਕੀਤਾ, ਨਾ ਇੰਡੀਅਨ ਪਾਰਲੀਮੈਂਟ ਨੇ ਕੀਤਾ, ਕਿਉਂਕਿ ਪਾਰਲੀਮੈਂਟ ਉਦੋਂ ਬਣੀ ਨਹੀਂ ਸੀ। ਪਾਰਲੀਮੈਂਟ ਨੂੰ ਬਾਅਦ ਦੇ ਵਿੱਚ ਨਾਮ ਮਿਲਿਆ ਸੀਗਾ ਕਨਸਟੀਟਿਊਸ਼ਨਲ ਅਸੈਂਬਲੀ ਨੂੰ ਖਤਮ ਕਰਕੇ, ਠੀਕ ਹੈ। ਇਹ ਕਨਸਟੀਟਿਊਸ਼ਨ ਅਸੈਂਬਲੀ ਨੇ ਕੀਤਾ ਸੀਗਾ ਸਾਡੇ ਕਨਸਟੀਟਿਊਸ਼ਨ ਆਫ ਇੰਡੀਆ ਨੂੰ ਫਰੇਮ। ਐਂਡ ਫਰਸਟ ਮੀਟਿੰਗ ਕਦੋਂ ਹੋਈ ਸੀਗੀ, 6 ਦਸੰਬਰ 1942 ਨੂੰ। 6 ਦਸੰਬਰ 1942 ਨੂੰ ਕੀ ਹੋਇਆ ਸੀਗਾ, ਕਨਸਟੀਟਿਊਸ਼ਨ ਅਸੈਂਬਲੀ ਦੀ ਮੀਟਿੰਗ ਹੋਈ ਸੀ। ਐਂਡ ਜਿਹਦੇ ਚ ਪਰਮਾਨੈਂਟ ਮੈਂਬਰ, ਜਿਹਦੇ ਚ ਟੈਂਪਰੇਰੀ ਮੈਂਬਰ ਕਿਹਨਾਂ ਨੂੰ ਬਣਾਇਆ ਸੀਗਾ, ਸਚਿਦਾਨੰਦ ਸਿਨਹਾ ਜੀ ਨੂੰ, ਠੀਕ ਹੈ। ਇਹਨੇ ਚ ਸਭ ਨੂੰ ਪਤਾ ਹੀ ਹੈ। ਚਲੋ ਨੈਕਸਟ ਕੁਐਸਚਨ ਦੇ ਵੱਲ ਚੱਲਦੇ ਹਾਂ ਅਸੀਂ। ਨੈਕਸਟ ਕੁਐਸਚਨ ਪੁੱਛ ਰਿਹਾ ਜੀ, ਕਿਹੜਾ ਆਈਲੈਂਡ ਹੈਗਾ ਜਿਹੜਾ ਇੰਡੀਅਨ ਟੈਰੀਟਰੀ ਲਾਈ ਕਰਦਾ ਬੇ ਆਫ ਬੰਗਾਲ ਦੇ ਵਿੱਚ, ਠੀਕ ਹੈ। ਬੇ ਆਫ ਬੰਗਾਲ ਦੇ ਵਿੱਚ ਕਿਹੜਾ ਆਈਲੈਂਡ ਆਪਣਾ ਇਧਰਲੀ ਸਾਈਡ ਹੀ ਹੈਗਾ, ਆਪਣੀ ਬੇ ਆਫ ਬੰਗਾਲ ਹੈਗੀ ਇੱਧਰ, ਠੀਕ ਹੈ। ਇੱਥੇ ਕਿਹੜਾ ਆਈਲੈਂਡ ਹੈ, ਅੰਡਮਾਨ ਐਂਡ ਨਿਕੋਬਾਰ, ਸਭ ਨੂੰ ਪਤਾ ਹੈ। ਆ ਜਾਓ ਜੀ, ਨੈਕਸਟ ਹੈ ਜੀ 24 ਨੰਬਰ ਕੁਐਸਚਨਸ। which of the following was described by the Dr. Ambedkar as the heart and the soul of the constitutions। यानी ਜਿਹੜੇ ਡਾਕਟਰ ਭੀਮ ਰਾਵ ਅੰਬੇਦਕਰ ਹੈ ਉਹਨਾਂ ਨੇ ਕਿਹੜੇ ਆਪਣਾ ਕਿਹਨੂੰ ਕਿਹਾ ਸੀਗਾ, ਹਾਰਟ ਐਂਡ ਸਾਊਲ ਆਫ ਦਾ ਇੰਡੀਅਨ ਕਨਸਟੀਟਿਊਸ਼ਨਸ। ਰਾਈਟ ਟੂ ਇਕੁਐਲਿਟੀ, ਨੋ। ਰਾਈਟ ਟੂ ਫਰੀडम, ਨੋ। ਰਾਈਟ ਟੂ ਪ੍ਰੋਪਰਟੀ, ਨੋ। ਉਹਨਾਂ ਨੇ ਕਿਹਾ ਸੀਗਾ ਹਾਰਟ ਐਂਡ ਸਾਊਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਰਹੇਗਾ ਜੀ ਆਪਣੀ ਰਾਈਟ ਟੂ ਕਨਸਟੀਟਿਊਸ਼ਨ ਰੈਮੇਡੀਜ਼। ਕਿਉਂ, ਕਿਉਂਕਿ ਇਹ ਆਰਟੀਕਲ ਨੰਬਰ ਹੈਗਾ ਕੀ ਸੀਗਾ 32। ਇਹਦੇ ਵਿੱਚ ਕੀ ਕਿਹਾ ਸੀਗਾ ਵੀ ਤੁਹਾਡੇ ਫੰਡਾਮੈਂਟਲ ਰਾਈਟ ਨੂੰ ਜਦੋਂ ਵੀ ਪ੍ਰੋਟੈਕਟ ਕਰਨਾ ਹੈ ਤਾਂ ਜਿਹੜਾ ਸੁਪਰੀਮ ਕੋਰਟ ਹੈ ਰਿਟ ਜਾਰੀ ਕਰ ਸਕਦਾ ਹੈ, ਜਾਂ ਫਿਰ ਤੁਹਾਨੂੰ ਸੰਵਿਧਾਨ ਤੋਂ ਲੈ ਕੇ ਕੋਈ ਵੀ ਪ੍ਰੋਬਲਮ ਆਉਂਦੀਆਂ ਨੇ, ਸੰਵਿਧਾਨ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ, ਉਹਨਾਂ ਸਾਰਿਆਂ ਦਾ ਹੱਲ ਕਿਹਦੇ ਕੋਲ ਹੈ, ਮੇਰੇ ਕੋਲ। ਮੈਂ ਕੀ ਆ, ਕਨਸਟੀਟਿਊਸ਼ਨ ਰੈਮੇਡੀ। ਇਹ ਹਾਰਟ ਐਂਡ ਸਾਊਲ ਮੰਨਿਆ ਗਿਆ ਸੀਗਾ, ਡਾਕਟਰ ਭੀਮ ਰਾਵ ਅੰਬੇਦਕਰ ਨੇ ਕਿਹਾ ਸੀ, ਠੀਕ ਹੈ। ਨੈਕਸਟ ਕੁਐਸਚਨ ਹੈ ਜੀ, ਫਰਸਟ ਸਟੇਟ ਟੂ ਬਿਕਮ ਬਾਈਫਰਕੇਟ ਆਫਟਰ ਦਾ ਇੰਡੀਪੈਂਡੈਂਸ। ਹਾਂਜੀ, ਫਰਸਟ ਸਟੇਟ ਦੱਸੋ ਜਿਹੜੀ ਬਾਈਫਰਕੇਟ ਕੀਤੀ ਗਈ ਸੀ। ਸਭ ਤੋਂ ਪਹਿਲਾਂ ਬਾਈਫਰਕੇਟ ਕਿਉਂ ਕੀਤੀ ਗਈ ਸੀਗੀ, ਇੱਥੇ ਕਿਹਾ ਗਿਆ ਸੀਗਾ ਲੈਂਗੁਏਜ ਦੇ ਬੇਸ ਦੇ ਉੱਤੇ ਇੰਡੀਆ ਨੂੰ ਕੀ ਕਰਨਾ ਹੈ, ਅਸੀਂ ਇੰਡੀਆ ਦੇ ਵਿੱਚ ਕੀ ਕਰਨਾ ਹੈ, ਸਟੇਟਾਂ ਬਣਾਉਣੀਆਂ ਨੇ, ਯਾਨੀ ਆਪਣੀ ਆਪਣੀ ਲੈਂਗੁਏਜ ਦਾ ਇੱਕ ਸਟੇਟ ਤੋਂ ਜਾਣਿਆ ਜਾਣਾ ਚਾਹੀਦਾ। ਜਦੋਂ ਇੰਡੀਆ ਬਣਿਆ ਸੀ, ਜਦੋਂ ਇੰਡੀਆ ਬਣਿਆ ਤਾਂ ਆਪਣਾ ਇੱਕ ਨਾਰਥ ਏਰੀਆ ਤੇ ਸਾਊਥ ਏਰੀਆ ਹੋਊਗਾ, ਠੀਕ ਹੈ। ਜਿਹੜਾ ਸਾਊਥ ਵਾਲੀ ਹੈ ਉਹਨਾਂ ਦੀ ਲੈਂਗੁਏਜ ਸਮਝ ਨਹੀਂ ਆਉਂਦੀ ਔਰ ਸਾਨੂੰ ਨਾਰਥ ਵਾਲੀ ਨਹੀਂ ਆਉਂਦੀ। ਫਿਰ ਉਹਨਾਂ ਨੇ ਕੀ ਕੀਤਾ ਸੀਗਾ, ਉੱਥੇ ਕਿਹਾ ਵੀ ਨਹੀਂ ਸਾਨੂੰ ਤਾਂ ਲੈਂਗੁਏਜ ਬੇਸ ਤੇ ਡਿਵਾਈਡ ਕਰ ਦਿਓ, ਸਾਨੂੰ ਉਹਨਾਂ ਦੀ ਭਾਸ਼ਾ ਨਹੀਂ ਸਮਝ ਆਉਂਦੀ, ਸਾਨੂੰ ਤੁਹਾਡੀ ਨਹੀਂ ਆਉਂਦੀ। ਤਾਂ ਉਸ ਤੋਂ ਕੀ ਕੀਤਾ ਗਿਆ, 1953 ਨੂੰ ਪਹਿਲੀ ਬਾਈਫਰਕੇਸ਼ਨ ਹੋਈ ਸੀਗੀ। ਕਿਹੜਾ ਹੋਇਆ ਸੀਗਾ, ਆਂਧਰਾ ਪ੍ਰਦੇਸ਼ ਹੋਇਆ ਸੀਗਾ। ਤਾਂ ਆਪਸ਼ਨ ਰਹੇਗਾ ਸੀ। ਕਿਹੜੀ ਕਿੱਥੋਂ ਹੋਇਆ ਸੀਗਾ, ਮਦਰਾਸ ਤੋਂ, ਠੀਕ ਹੈ, ਮਦਰਾਸ ਤੋਂ ਅਲੱਗ ਹੋਇਆ ਸੀ, ਠੀਕ ਹੈ। ਇਸ ਦੇ ਵਿੱਚ ਨਾ ਇਹ ਚੀਜ਼ ਦੇ ਰੱਖੀ ਹੈ, ਫਰਸਟ ਸਟੇਟ ਟੂ ਬਿਕਮ ਦਾ ਬਾਈਫਰਕੇਟ ਆਫਟਰ ਇੰਡੀਪੈਂਡੈਂਸ। ਅਗਰ ਇਹਦੀ ਜਗ੍ਹਾ ਤੇ ਮਦਰਾਸ ਹੁੰਦਾ ਤਾਂ ਆਪਣਾ ਆਨਸਰ ਮਦਰਾਸ ਵੀ ਆ ਸਕਦਾ ਹੈ, ਠੀਕ ਹੈ। ਦੋਨੋਂ ਆਪਸ਼ਨਾਂ 'ਚ ਇੱਕ ਆਪਸ਼ਨ ਆ ਸਕਦੀ ਹੈ। ਉਸ ਤੋਂ ਬਾਅਦ ਦੱਸੋ ਜੀ, ਐਨਫੋਰਸ ਦਾ ਫੰਡਾਮੈਂਟਲ ਰਾਈਟ ਸੁਪਰੀਮ ਕੋਰਟ ਮੇ ਇਸ਼ੂ। ਬਈ ਆਪਣੇ ਜਿਹੜੇ ਫੰਡਾਮੈਂਟਲ ਰਾਈਟ ਨੇ ਸੁਪਰੀਮ ਕੋਰਟ ਉਹਦੇ ਵਾਸਤੇ ਕੀ ਇਸ਼ੂ ਕਰ ਸਕਦਾ ਹੈ, ਰਿਟ ਇਸ਼ੂ ਕਰੇਗਾ, ਠੀਕ ਹੈ, ਕਿਉਂਕਿ ਆਪਣੇ ਫੰਡਾਮੈਂਟਲ ਰਾਈਟ ਨੂੰ ਪ੍ਰੋਟੈਕਸ਼ਨਸ ਕੌਣ ਦਿੰਦਾ ਹੈ, ਸੁਪਰੀਮ ਕੋਰਟ ਦਿੰਦਾ ਹੈ। ਨੈਕਸਟ ਕੁਐਸਚਨ ਕਹਿ ਰਿਹਾ ਜੀ, ਅਗਰ ਮੰਨ ਲਓ ਕਿਸੇ ਵੀ ਆਪਣੇ MLA ਦੀ ਜਾਂ MP ਦੀ ਡੈਥ ਹੋ ਜਾਂਦੀ ਹੈ, ਉਹਦੀ ਸੀਟ ਜਦੋਂ ਵੈਕੈਂਸੀ ਹੋ ਜਾਂਦੀ ਹੈ, ਰਿਜ਼ਾਈਨੇਸ਼ਨ ਦੇ ਦਿੰਦਾ ਹੈ, ਸੀਟ ਵੈਕੈਂਸੀ ਹੁੰਦੀ ਹੈ,
ਤਾਂ ਉਸ ਦੇ ਇਲੈਕਸ਼ਨਸ ਜਦੋਂ ਦੁਬਾਰਾ ਕਰਾਏ ਜਾਂਦੇ ਤਾਂ ਉਹਨਾਂ ਇਲੈਕਸ਼ਨਸ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਇਲੈਕਸ਼ਨ ਨੂੰ ਕਿਹਾ ਜਾਂਦਾ ਉਪ ਚੁਣਾਵ, ਹਿੰਦੀ ਚ ਦੱਸਾਂ ਜਾਂ ਪੰਜਾਬੀ ਚ, ਠੀਕ ਹੈ। ਉਪ ਚੁਣਾਵ ਕਿਹਾ ਜਾਂਦਾ, ਤਾਂ ਉਪ ਚੁਣਾਵ ਕਿਹੜੇ ਹੁੰਦੇ ਆ? ਬਾਈ ਇਲੈਕਸ਼ਨਸ ਹੋਣਗੇ, ਠੀਕ ਹੈ। ਨੈਕਸਟ ਆ ਗਿਆ ਜੀ, ਦਾ ਚੀਫ ਇਲੈਕਸ਼ਨ ਕਮਿਸ਼ਨਰ ਇਜ਼ ਅਪਾਇੰਟਡ ਬਾਈ, ਦਾ ਚੀਫ ਇਲੈਕਸ਼ਨ ਕਮਿਸ਼ਨ ਇਜ਼ ਅਪਾਇੰਟਡ ਬਾਈ, ਯਾਨੀ ਚੀਫ ਇਲੈਕਸ਼ਨ ਕਮਿਸ਼ਨ ਨੂੰ ਅਪਾਇੰਟ ਕੌਣ ਕਰਦਾ ਹੈ ਜੀ? ਦਾ ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ। ਦਾ ਪ੍ਰੈਜ਼ੀਡੈਂਟ ਆਫ ਇੰਡੀਆ ਚੀਫ ਇਲੈਕਸ਼ਨ ਕਮਿਸ਼ਨ ਨੂੰ ਅਪਾਇੰਟ ਕਰੇਗਾ। ਨੈਕਸਟ ਕੁਐਸਚਨ ਤੇ ਆਓ ਜੀ, ਵਿਚ ਆਰਗੇਨਾਈਜੇਸ਼ਨ ਕੈਰੀ ਆਊਟ ਦਾ ਸਰਵੇ ਡਿਟਰਮਿਨਿੰਗ ਦਾ ਪੋਵਰਟੀ ਲਾਈਨ। ਇਹ ਨਾ ਇੱਕ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੇ ਨਾ ਪੋਵਰਟੀ ਦੇ ਉੱਪਰ ਨਾ ਕੀ ਕਰਦੀ ਹੈ? ਸਰਵੇ ਕਰਦੀ ਹੈ। तो अपनी केड़ी रहती है? NSSO, ठीक है। ਇਹਦੀ ਫੁੱਲ ਫਾਰਮ ਪੁੱਛੀ ਜਾਏਗੀ ਪੇਪਰ ਦੇ ਵਿੱਚ, ਯਾਦ ਰੱਖਿਓ। ਇਹਦੀ ਫੁੱਲ ਫਾਰਮ ਪੁੱਛੀ ਜਾਂਦੀ ਹੈ ਜਿਹਦਾ ਨਾਮ ਹੁੰਦਾ ਜੀ ਨੈਸ਼ਨਲ ਸੈਂਪਲ ਸਰਵੇ ऑफिस, नेशनल सैंपल सर्वे ऑफिस, ठीक है। नेक्स्ट आ गया जी मनरेगा। पहली गल तो मनरेगा की भी एब्रीवेशन याद रखो, महात्मा, पहला लिखो महात्मा गांधी, ठीक है, महात्मा गांधी नेशनल रूरल एम्प्लॉयमेंट गारंटी, यानी जेडे विलेज वाले है उन्होंने वास्ते स्कीम चलाई गई सी, ठीक है। उन्होंने वास्ते स्कीम चलाई गई सी मनरेगा। जो अपना कोविड का टाइम आया सीगा, जेडे अपने बाहरों दी मतलब लोग आते हैं, मतलब बाहर का मतलब विलेज तो आते शहरों के काम करन आ रहे हैं। जो अपने विलेज गए सी तो सब तो ज्यादा जी बूस्ट आई सी, सब तो ज्यादा काम वास्ते लोगों ने जो पार्टिसिपेट किया मनरेगा दे विच कीता सी। उन्होंने कहा भी किन्ने दिन का ये आपां एम्प्लॉयमेंट मिलती है, तो 100 डेज की, ठीक है। 100 डेज की इंप्लॉयमेंट का काम मिलता है। यह वॉलंटियर बेसिस से होंगे भी जिन्होंने कोई काम नहीं है वो आके इधर की कर सकते हैं, काम कर सकते हैं, ठीक है। इस 7 सितंबर 2005 ਨੂੰ एक्ट भी बनया सीगा। पहले अपने को ਹੁੰਦਾ ਸੀਗਾ ਨੈਸ਼ਨਲ रूरल एम्प्लॉयमेंट गारंटी, लेकिन बाद ਵਿੱਚ ਇਹਨੂੰ चेंज करके महात्मा गांधी रूरल एम्प्लॉयमेंट बना दिता सीगा, ठीक है। चलो आ गए, लो जी MDG गोल आ गए, मिलेनियम डेवलपमेंट गोल एक्सेप्टेड कदों अचीव किए सीगे? 2015 ਦੇ ਵਿੱਚ ਅਚੀਵ ਹੋਏ ਸੀ, ठीक है। उस तो बाद ਇਹਨੂੰ स्टार्ट कदों होए सी? अगर पूछा जाए तो 2000 ਦੇ ਵਿੱਚ स्टार्ट किए सी। MDG ਚ टोटल किन्ने गोल है ने? 8 गोल सी, ठीक है। लेकिन होने इंपॉर्टेंट नहीं है क्योंकि इसकी जगह ते आ गए SDG गोल आ गए, सस्टेनेबल डेवलपमेंट गोल आ गए, ठीक है। सस्टेनेबल डेवलपमेंट गोल आ चुके हैं ਜਿਹੜੇ किन्ने है ने अपने को 17 है ने, ठीक है। और ਇਹਦੇ ਵਿੱਚ ਕੀ ਹੈਗਾ, ਇਹ ਸਟਾਰਟ ਹੋਇਆ ਸੀਗਾ ਆਪਣਾ 2015 ਦੇ ਵਿੱਚ ਐਂਡ ਐਂਡਿੰਗ ਆਪਾਂ ਨੂੰ ਅਚੀਵ ਕਰਨਾ ਹੈ 2030 ਦੇ ਵਿੱਚ। ਜਿਵੇਂ ਇਹਦੇ ਵਿੱਚ ਸਭ ਤੋਂ ਪਹਿਲਾਂ ਕਿਹਾ ਜਾਂਦਾ ਕਿ ਭੁੱਖਮਰੀ ਖਤਮ ਕਰਾਂਗੇ, ਭੁੱਖਮਰੀ ਖਤਮ ਹੋਏਗੀ ਤਾਂ ਉਹਨਾਂ ਨੂੰ ਐਜੂਕੇਸ਼ਨ ਦੇਵਾਂਗੇ, ਹੈਲਥ ਵਧੀਆ ਹੁੰਦੀ ਹੈ, ਠੀਕ ਹੈ। ਮੈਟਰਨਿਟੀ ਵਾਸਤੇ ਵੀ ਬੈਸਟ ਚੀਜ਼ ਲਿਖੀ ਗਈ ਹੈ, ਐਜੂਕੇਸ਼ਨ ਵਾਸਤੇ ਵੀ ਬੈਸਟ ਚੀਜ਼ਾਂ ਦੱਸੀਆਂ ਗਈਆਂ ਨੇ। ਇਹ ਆਪਣੇ SDG ਗੋਲ ਹੈਗੇ ਨੇ, क्लियर है नी चीज। लेकिन क्वेश्चन अपने को हैगा सीगा 31 ਉਹਦੇ ਚ ਪੁੱਛਿਆ ਗਿਆ ਜੀ ਮਿਲੇਨੀਅਮ ਡਿਵੈਲਪਮੈਂਟ ਗੋਲ ਐਕਸੈਪਟਡ ਟੂ ਅਚੀਵ ਬਾय द ਦਿਸ ਈਅਰ, ਤਾਂ ਆਪਣਾ ਆਨਸਰ ਰਹੇਗਾ ਜੀ 2015 ਦੇ ਵਿੱਚ ਅਚੀਵ ਕਰਨੇ ਸੀਗੇ, ਠੀਕ ਹੈ। ਉਸ ਤੋਂ ਬਾਅਦ ਸੌਖਾ ਹੀ ਕੁਐਸਚਨ ਹੈ, ਮੈਨੂੰ ਦੱਸਣ ਦੀ ਵੀ ਜ਼ਰੂਰਤ ਨਹੀਂ ਹੈ ਜੀ। ਗ੍ਰੀਨ ਐਂਡ ਵਾਈਟ ਰੈਵੋਲੂਸ਼ਨ ਬਾਰੇ, ਗ੍ਰੀਨ ਰੈਵੋਲੂਸ਼ਨ ਸਭ ਨੂੰ ਪਤਾ ਹੈ ਕਿਉਂ ਕਿਹਦੇ ਤੇ ਆਇਆ ਸੀਗਾ? ਗ੍ਰੇਨ ਤੇ ਆਇਆ ਸੀ। ਐਂਡ ਵਾਈਟ ਰੈਵੋਲੂਸ਼ਨ ਇਜ਼ ਫਲੱਡ ਰੈਵੋਲੂਸ਼ਨ ਵੀ ਕਹਿੰਦੇ ਨੇ ਜਿਹਨੂੰ मिल्क प्रोडक्शन वास्ते, ठीक है। एंड जो सिल्क वास्ते क्या जाए तो सिल्क वास्ते पता ही है सबनों, पेपर वास्ते भी पता है, ग्रेन पेपर सब, ठीक है। नेक्स्ट आ जाता जी वर्गीस कुरियन, सेम ऑपरेशन फ्लड, ठीक है, ऑपरेशन फ्लड। उस तो बाद आ जाता जी अपने को द न्यू गवर्नर ऑफ पंजाब हैज एडिशनल रिस्पोंसिबिलिटी एडमिनिस्ट्रेटर। कल भी एक दसिया सीगा जो पॉलिटी का लैक्चर किया सी एडमिनिस्ट्रेटर ते एलजी बारे, ठीक है। उन्होंने पूछा भी जो न्यू गवर्नर ने पंजाब के उन्होंने एडिशनल चार्ज दिता कि एडमिनिस्ट्रेटर का केड़ी यूटी को दिता है, तो अपनी यूटी रहेगी चंडीगढ़, ठीक है। चंडीगढ़ को एडमिशन चार्ज दिता है। एंड अपने गवर्नर जो नवे बने ने, चलो अगे क्वेश्चन है दस दांगा, ठीक है। GST आ गया। GST केड़ा हुंदा टैक्स? अपना हुंदा गुड्स एंड सर्विस टैक्स हुंदा है। 1 जुलाई 2017 ਨੂੰ स्टार्ट होया सीगा, ठीक है। गुड्स एंड सर्विस टैक्स पूरे ऑल ओवर इंडिया ਦੇ ਵਿੱਚ एक ही टैक्स बनाया गया, स्लैबां बना दित्तियां गईयां ने। मनी बिल किधर इंट्रोड्यूस किया जाता है? तो मनी बिल सब तो पहले लोक सभा इंट्रोड्यूस किया जाता है। हाँ जी, केड़े ऑर्गेनिज्म हैगे ने जेडे सनलाइट तो अपना फूड बनाते हैं? जेडे सनलाइट तो अपना फूड बनाते हैं उन्होंने कहा जाता है ऑटोट्रोफ्स, ठीक है। ऑटोट्रोफ्स कहा जाता है। एग्जाम्पल के तौर पर जिन्ने भी अपने प्लांट हैगे ने, जिन्ने भी अपने प्लांट ने वो सारे ऑटोट्रोफ्स ने। इंटरनेशनल डेट लाइन केड़ी हैगी है जी? 180 डिग्री लॉन्गिट्यूड को इंटरनेशनल डेट लाइन कहा जाता है।
ਅਗਰ ਮੰਨ ਲਓ ਕੁਐਸਚਨ ਪੁੱਛ ਰਿਹਾ ਵੀ ਤੁਸੀਂ ਕਰਾਵਤੀ ਦੇ ਵਿੱਚ ਆਪਣੀਆਂ ਵਕੇਸ਼ਨਸ ਮਨਾਉਣੀਆਂ ਨੇ, ਉਹ ਕਿਹੜੀ ਯੂਟੀ ਦੇ ਵਿੱਚ ਹੈਗਾ ਕਰਾਵਤੀ, ਤਾਂ ਉਹ ਆਪਣਾ ਜਿਹੜਾ ਆਨਸਰ ਰਹੇਗਾ ਜੀ ਕਰਾਵਤੀ ਹੈਗਾ ਲਕਸ਼ਦੀਪ ਚ। ਠੀਕ ਹੈ, ਲਕਸ਼ਦੀਪ। ਨੈਕਸਟ ਕੁਐਸਚਨ ਹੈ ਜੀ 40 ਨੰਬਰ ਕੁਐਸਚਨ ਕਹਿ ਰਿਹਾ ਬ੍ਰੈਗਜ਼ਿਟ। ਬ੍ਰੈਗਜ਼ਿਟ ਦਾ ਮੀਨਿੰਗ ਦੱਸੋ ਕੀ ਹੁੰਦਾ ਹੈ ਜੀ। ਬ੍ਰੈਗਜ਼ਿਟ ਦੇ ਵਿੱਚ ਮੰਨ ਲਓ ਯੂਰੋਪੀਅਨ ਯੂਨੀਅਨ ਦਾ ਗਰੁੱਪ ਸੀਗਾ, ਇਹਦੇ ਵਿੱਚ ਕੀ ਸੀਗਾ, ਬ੍ਰਿਟੇਨ ਐਗਜ਼ਿਟ ਹੋ ਗਿਆ, ਤਾਂ ਇਹਨੂੰ ਕਿਹਾ ਜਾਂਦਾ ਹੈ ਬ੍ਰਿਟੇਨ ਜਦੋਂ ਐਗਜ਼ਿਟ ਹੋਇਆ ਤਾਂ ਬ੍ਰੀਐਗਜ਼ਿਟ। ਠੀਕ ਹੈ, ਨੈਕਸਟ ਆ ਗਿਆ ਜੀ ਵਿਚ ਕੰਟਰੀ ਇਜ਼ ਨੋਟ ਦਾ ਮੈਂਬਰ ਆਫ ਦਾ ਸਾਰਕ। ਵਿਚ ਕੰਟਰੀ ਇਜ਼ ਨੋਟ ਦਾ ਮੈਂਬਰ ਆਫ ਦਾ ਸਾਰਕ। ਇਹ ਕੀ ਹੈਗਾ, ਇੱਕ ਗਰੁੱਪ ਹੈਗਾ, ਠੀਕ ਹੈ, ਜਿਹੜਾ ਕਿ ਪੋਲਿਟੀਕਲ ਐਂਡ ਇਕਨੋਮਿਕਲ ਗਰੁੱਪ ਬਣਾਇਆ ਗਿਆ ਸੀਗਾ, ਇਹ ਏਸ਼ੀਆ ਦੇ ਲੋਕਾਂ ਨੇ। ਠੀਕ ਹੈ, ਸਾਊਥ ਫੁੱਲ ਫਾਰਮ ਹੈਗੀ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਇਹ ਕਦੋਂ ਬਣਾਇਆ ਸੀਗਾ, 8 ਦਸੰਬਰ 1985 ਨੂੰ ਬਣਾਇਆ ਗਿਆ ਸੀਗਾ, 8 ਦਸੰਬਰ 1985 ਨੂੰ। ਠੀਕ ਹੈ, ਫਾਊਂਡ ਕੀਤਾ ਗਿਆ ਸੀਗਾ ਆਪਣੇ ਢਾਕਾ ਦੇ ਵਿੱਚ, ਢਾਕਾ ਇਜ਼ ਬੰਗਲਾਦੇਸ਼ ਦੇ ਵਿੱਚ। ਲੇਕਿਨ ਹੁਣ ਇਹਦਾ ਹੈੱਡਕੁਆਟਰ ਕਿੱਥੇ ਬਣਾਇਆ ਗਿਆ ਜੀ, ਕਾਠਮਾਂਡੂ ਨੇਪਾਲ ਦੇ ਵਿੱਚ। ਠੀਕ ਹੈ, ਹੁਣ ਦੇਖੋ ਉਹਨਾਂ ਨੇ ਪੁੱਛਿਆ ਵੀ ਕਿਹੜਾ ਇਹਦਾ ਮੈਂਬਰ ਨਹੀਂ ਹੈਗਾ। ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣੇ ਚਾਹੀਦੇ ਕਿ ਇਹਦੇ ਕਿਹੜੇ ਮੈਂਬਰ ਨੇ। ਇੱਕ ਤਾਂ ਹੈਗਾ ਬੰਗਲਾਦੇਸ਼ ਆ ਜਾਏਗਾ, ਠੀਕ ਹੈ, ਭੂਟਾਨ ਆ ਜਾਏਗਾ, इंडिया आ जाएगा, ठीक है, अफगानिस्तान आ जाएगा, मालदीव्स आ गया, नेपाल आ गया, पाकिस्तान आ गया, श्रीलंका आ गया। हम देखो ये मैंबर नहीं है तो ऑप्शन अपना केड़ा रहेगा डी, क्योंकि म्यांमार नहीं है, बाकी सारे है ने। ठीक है, ऑप्शन डी इज द राइट आंसर। प्रेजिडेंट हु इज द प्रेजेंट गवर्नर ऑफ स्टेट ऑफ पंजाब। पंजाब के गवर्नर पूछा प्रेजेंट दे विच, लेकिन वो पहला सीगे बीपी सिंह बदनौर, वो हुण चेंज हो गए ने। जेडे नवे बने ने उन्हां दा नाम सबनूं पता है, बनवारी लाल पुरोहित। ठीक है, बनवारी लाल पुरोहित। नेक्स्ट 44 नंबर क्वेश्चन कह रहा है कि टॉलेस्ट बिल्डिंग दसो वर्ल्ड दी केड़ी है। टॉलेस्ट बिल्डिंग सिंपल जिहा क्वेश्चन है। ठीक है, बुर्ज खलीफा नूं कहा जाता है टॉलेस्ट बिल्डिंग हैगी है। ठीक है, एंड फाउंडेशन ऑफ गोल्डन टैंपल किने रखी सी, साईं मियां मीर जी ने। नैक्सट है जी अशोका हैगा जिहड़ा उन्हें बुद्धिस्ट धर्म अपनाया सीगा केड़ी वॉर तो बाद, तो वह हैगा सीगा केड़ी वॉर हुई सी, आफ्टर द वॉर एट विच वन ऑफ द फॉलोइंग प्लेस कलिंगा दे विच। ठीक है, हु इज द ऑथर ऑफ द बुक ऑफ द एन ए अकबरी। इन ए अकबरी ऑथर केड़ा हैगा इन ए अकबरी दा, ऑथर केड़ा हैगा इन ए अकबरी दा, तो उनका आंसर रहेगा जी अबू फैजल। लो जी, वास्को डिगामा हैगा जिहड़ा ਉਹ ਲਿਬਸਨ ਤੋਂ ਇੰਡੀਆ ਆਇਆ ਸੀਗਾ। ਕਿਹੜੀ ਜਗ੍ਹਾ ਤੇ ਇੰਡੀਆ ਆਇਆ ਸੀ, ਲਿਬਸਨ ਹੈਗੀ ਹੈ ਪੁਰਤਗਾਲ ਦੀ ਕੈਪੀਟਲ। ਠੀਕ ਹੈ, ਕਿਹੜੀ ਜਗ੍ਹਾ ਤੇ ਆਇਆ ਸੀਗਾ, 1498 ਨੂੰ ਆਇਆ ਸੀਗਾ ਕਾਲੀਕਟ ਦੇ ਵਿੱਚ। ਹੂ ਵਾਸ ਦਾ ਫਾਊਂਡਰ ਆਫ ਦਾ ਗੁਪਤਾਜ਼ ਐਮਪਾਇਰ। ਗੁਪਤਾ ਐਮਪਾਇਰ ਦੇ ਫਾਊਂਡਰ ਦਾ ਨਾਮ ਪੁੱਛਿਆ ਗਿਆ ਜੀ ਚੰद्रगुप्त वन ਰਹਿਣਗੇ। ਠੀਕ ਹੈ, ਨੈਕਸਟ ਕੁਐਸਚਨ ਹੈ ਜੀ ਲਾਰਜੈਸਟ ਪਲੇਨ ਆਫ ਇੰਡੀਆ, ਤਾਂ ਉਹ ਰਹਿਣਗੇ इंडो गैंगटिक प्लेन ਨੂੰ, क्योंकि देखो इधरले पासे अपनी केड़ी रिवर जा रही है, गंगा रिवर आ रही है, चाइना तो केड़ी आ रही है, ब्रह्मपुत्र आ रही है, और जिहड़ा अपना ऊपर वाला पार्ट है इत्थों जा रही है इंडस रिवर, तो ये सारा हो गया ना इंडो गैंगटिक प्लेन। ये सब तो ज्यादा फर्टाइल एरिया भी हुंदा है। ठीक है, ये किधर आंदा अपना नॉर्थ प्लेन दे विच। एंड सैकंड क्वेश्चन दा आंसर आ ही गया आपे आप ही। ठीक है, मोस्ट एक्सटेंसिव एंड फर्टाइल रीजन केड़े होणगे, मोस्ट एक्सटेंसिव एंड फर्टाइल रीजन होणगे जिहड़े अपने नॉर्थ प्लेन। क्यों, क्योंकि जिथे रिवर्स आणगियां ते अपने नाल नवी मिट्टी भी लैके आणगियां, फर्टाइल सोइल भी लैके आणगियां। ठीक है, और जिहड़ी जगह तो बहंदी जाणगियां उस जगह दे उत्ते उहनूं प्लेस कर दियां जाणगियां। सो इत्थे तक दे अपने 50 क्वेश्चंस कंप्लीट हो चुके ने। ठीक है, ऑल दी बेस्ट सारिआं नूं, थैंक यू।